ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1366 ਤੇ ਹੇਠੋਂ ਤੀਸਰੀ ਪੰਕਤੀ ਹੈ 45 ਨੰਬਰ ਤੋਂ ਬਾਅਦ। ਕਬੀਰ ਲੋਕ ਕੇ ਨਿੰਦੈ ਬਪੜਾ, ਜਿਹ ਮਨ ਨਾਹੀ ਗਿਆਨ। ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕੰਮ। ਕਬੀਰ ਸਾਹਿਬ ਕਹਿੰਦੇ ਇਹ ਲੋਕ ਵਿਚਾਰੇ ਕੀ ਨਿੰਦਣਗੇ, ਜਿਹ ਮਨ ਨਾਹੀ ਗਿਆਨ। ਇਹਨਾਂ ਦਾ ਗਿਆਨ ਹੀ ਨਹੀਂ ਹੈ। ਇਹ ਤੇ ਆਪ ਹੀ ਅਗਿਆਨੀ ਨੇ, ਇਹ ਮੈਨੂੰ ਕੀ ਨਿੰਦਣਗੇ, ਇਹਨਾਂ ਦਾ ਗਿਆਨ ਹੀ ਨਹੀਂ ਹੈ। ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕੰਮ। ਕਬੀਰ ਸਾਹਿਬ ਕਹਿੰਦੇ ਮੈਂ ਬਾਕੀ ਸਾਰੇ ਕੰਮ ਛੱਡ ਦਿੱਤੇ ਨੇ। ਰਵ ਹੁੰਦਾ ਸਿਮਰਨ ਕਰਨਾ, ਮੈਂ ਤੇ ਰਾਮ ਦਾ ਸਿਮਰਨ ਕਰਦਾ ਰਹਿਣਾ। ਹੁਣ ਅਵਰ ਤਜੇ ਸਭ ਕੰਮ, ਬਾਕੀ ਮੈਂ ਸਾਰੇ ਕੰਮ ਛੱਡਦੇ ਨੇ। ਕੀ ਸਿੱਖ ਸਾਰੇ ਕੰਮ ਛੱਡ ਦੇ ਤੇ ਰਾਮ ਰਾਮ ਕਰਦਾ ਰਹੇ? ਇਹ ਭਾਵ ਨਹੀਂ ਹੈ। ਜੇ ਗੁਰਬਾਣੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉੱਥੇ ਅਵਰ ਕਾਜ ਤੋਂ ਕੀ ਭਾਵ ਹੈ? ਉਹ ਕੰਮ ਜਿਨ੍ਹਾਂ ਤੋਂ ਪਰਮਾਤਮਾ ਰੋਕਦਾ ਹੈ, ਉਹ ਕੰਮ ਛੱਡ ਦੇਣੇ ਨੇ। ਕਈ ਕਿ ਸਾਨੂੰ ਕੀ ਪਤਾ ਪਰਮਾਤਮਾ ਕਿੰਨਾ ਕੰਮਾਂ ਤੋਂ ਰੋਕਦਾ ਹੈ। ਪਰਮਾਤਮਾ ਨੂੰ ਪਤਾ ਸੀ ਇਹ ਮਨੁੱਖ ਨੇ ਐਂ ਬਹਾਨੇ ਬਣਾਉਣੇ। ਜਦੋਂ ਦੀ ਇਨਸਾਨ ਨੂੰ ਸੋਝੀ ਆਈ ਹੈ, ਸੂਝਵਾਨ ਹੋਇਆ, ਉਦੋਂ ਦਾ ਹੀ ਪਰਮਾਤਮਾ ਇਸ ਸੰਸਾਰ 'ਤੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਭੇਜਦਾ ਰਿਹਾ। ਉਹਨਾਂ ਨੂੰ ਆਪਣਾ ਗਿਆਨ ਦਿੱਤਾ, ਉਹਨਾਂ ਨੂੰ ਬ੍ਰਹਮ ਗਿਆਨੀ ਬਣਾਇਆ। ਫਿਰ ਉਹਨਾਂ ਨੂੰ ਕਿਹਾ ਵੀ ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ, ਜਾ ਕੇ ਸੰਸਾਰ ਨੂੰ ਦੱਸੋ। ਗੁਰੂਆਂ ਨੂੰ ਵੀ ਪਰਮਾਤਮਾ ਨੇ ਗਿਆਨ ਦਿੱਤਾ। ਉਹ ਗਿਆਨ ਗੁਰੂਆਂ ਨੇ ਗੁਰੂ ਗ੍ਰੰਥ ਦੇ ਰੂਪ 'ਚ ਲਿਖਤਾ। ਜਿਹੜਾ ਗੁਰੂ ਗ੍ਰੰਥ ਸਾਨੂੰ ਪੜ੍ਹਦਾ ਉਹਨੂੰ ਪਤਾ ਲੱਗਦਾ ਹੈ ਵੀ ਕਿਹੜੇ ਕੰਮ ਕਰਨੇ ਚਾਹੀਦੇ ਨੇ ਅਤੇ ਕਿਹੜੇ ਨਹੀਂ ਕਰਨੇ ਚਾਹੀਦੇ। ਜਿਹੜੇ ਕੰਮ ਨਹੀਂ ਕਰਨੇ ਚਾਹੀਦੇ, ਜਦੋਂ ਅਸੀਂ ਉਹ ਸਾਰੇ ਕੰਮ ਛੱਡ ਦਿਆਂਗੇ, ਸਾਡੇ ਕੋਲ ਪਰਮਾਤਮਾ ਦਾ ਨਾਮ ਜਪ ਲਈ ਬਹੁਤ ਟਾਈਮ ਹੋਏਗਾ। ਅੱਜ ਮਨੁੱਖ ਕੋਲੇ ਪਰਮਾਤਮਾ ਦਾ ਨਾਮ ਜਪਣ ਲਈ ਟਾਈਮ ਨਹੀਂ ਹੈ, ਜਾਂ ਉਹ ਜਪਣਾ ਨਹੀਂ ਚਾਹੁੰਦਾ। ਕਿਉਂ? ਉਹ ਅਵਰ ਕਾਜਾਂ 'ਚ ਲੱਗਿਆ ਹੋਇਆ, ਉਹ ਪੁੱਠੇ ਕੰਮਾਂ 'ਚ ਲੱਗਾ ਹੋਇਆ। ਕੋਈ ਚੋਰੀਆਂ ਕਰ ਰਿਹਾ, ਕੋਈ ਡਾਕੇ ਮਾਰ ਰਿਹਾ, ਕੋਈ ਲੁੱਟਾਂ ਖੋਹਾਂ ਕਰ ਰਿਹਾ, ਕੋਈ ਮਿਲਾਵਟਾਂ ਕਰ ਰਿਹਾ, ਕੋਈ ਧੋਖਾਧੜੀ ਕਰ ਰਿਹਾ, ਕੋਈ ਰਿਸ਼ਵਤਾਂ ਲੈ ਰਿਹਾ ਹੈ, ਕੋਈ ਕੁੱਟਮਾਰ ਕਰ ਰਿਹਾ, ਕੋਈ ਬਲਾਤਕਾਰ ਕਰ ਰਿਹਾ, ਕੋਈ ਨਸ਼ੇ ਕਰੀ ਜਾ ਰਿਹਾ। ਇੱਕ ਮਾਂ ਦਾ ਜਾਇਆ, ਮੇਰਾ ਮੁੰਡਾ ਜੀ ਕਦੇ ਸ਼ਰਾਬ ਪੀਣੋਂ ਹਟੇਗਾ? ਇਹ ਘਰ ਦੇ ਭਾਂਡੇ ਵੇਚ ਕੇ ਵੀ ਸ਼ਰਾਬ ਪੀ ਲੈਂਦੇ। ਮੈਂ ਬੜੀ ਦੁਖੀ ਆ ਗਈ। ਇਹ ਕਦੋਂ ਮਰੂਗਾ? ਦੇਖੋ, ਉਹਨੇ ਵਿਚਾਰੀ ਨੇ ਇਹ ਨਹੀਂ ਪੁੱਛਿਆ ਇਹ ਕਦੋਂ ਛੱਡੂਗਾ, ਕਹਿੰਦੇ ਕਦੋਂ ਮਰੂਗਾ। ਮੈਂ ਜੇ 4 ਸਾਲ ਨਹੀਂ ਮਰਦਾ, ਪਰ ਇਹ ਪੀ ਕੇ ਹੀ ਮਰੇਗਾ। ਇਹਨੇ ਛੱਡਣੀ ਕੋਈ ਨਹੀਂ ਹੈਗੀ, ਇਹ ਪੀ ਪੀ ਕੇ ਮਰੇਗਾ। ਕਈਆਂ ਨੇ ਪੀ ਕੇ ਹੀ ਮਰਨਾ ਹੁੰਦਾ। ਬਸ ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾਈ ਜਾਓ, ਉਹ ਆਪਣੀ ਆਦਤਾਂ ਤੋਂ ਬੇਵੱਸ ਹੁੰਦੇ ਹਨ। ਮਗਰਲੇ ਕਰਮ ਹੀ ਕੁਝ ਐਸੇ ਨੇ ਕਿ ਉਹ ਪਿਛਲੇ ਜਨਮ 'ਚ ਵੀ ਪੀਂਦੇ ਰਹੇ, ਉਹ ਸੰਸਕਾਰ ਬਣ ਗਏ, ਉਹ ਆਦਤ ਬਣ ਗਈ, ਉਹ ਹੁਣ ਛੱਡ ਨਹੀਂ ਹੁੰਦੇ। ਹੁਣ ਨਹੀਂ ਛੱਡ ਹੁੰਦੀ, ਅਗਲੇ ਜਨਮ 'ਚ ਵੀ ਇਹੀ ਹਾਲ ਰਹਿਣਾ, ਇਹੀ ਹਾਲ ਰਹਿਣਾ। ਇਹ ਮਗਰਲੇ ਕਰਮ ਹੁੰਦੇ ਨੇ। ਯਹੀਂ ਇੱਕ ਪਰਿਵਾਰ ਜਦੋਂ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਉਂਦੇ ਸਨ, ਜਲੰਧਰ ਇਲਾਕੇ 'ਤੇ ਇੱਕ ਪਰਿਵਾਰ ਉਹਨਾਂ ਦਾ ਸ਼ਰਧਾਲੂ ਸੀ। ਉਹ ਹਰ ਪੂਰਨਮਾਸ਼ੀ ਨੂੰ
ਆਇਆ ਕਦੇ ਰਾੜਾ ਸਾਹਿਬ। ਆਈ ਜੋ ਪ੍ਰੇਮ ਹੋ ਜਾਂਦਾ ਹੈ, ਕੁਦਰਤੀ ਗੱਲ ਹੈ। ਤੁਸੀਂ ਕਿਸੇ ਵੀ ਵਿਅਕਤੀ ਕੋਲ ਜਾਂਦੇ ਰਹੋ, ਪਿਆਰ ਹੋ ਜਾਂਦਾ ਹੈ। ਗੁਰੂ ਕੋਲੇ ਰੋਜ਼ ਜਾਂਦੇ ਰਹੋ। ਗੁਰੂ ਮਹਾਰਾਜ ਸਿੱਖ ਦੀ ਪਹਿਚਾਣ ਨਹੀਂ ਭਾਈ, ਰੋਜ਼ ਆਉਂਦਾ। ਕੋਈ ਜ਼ਰੂਰੀ ਨਹੀਂ ਕਿ ਰੋਜ਼ ਮੰਗਦੇ ਫਿਰੋ, ਨਹੀਂ। ਗੁਰੂ ਦੇ ਦਰਸ਼ਨ ਕਰਨ ਜਾਣਾ ਸਿੱਖ ਦਾ ਫਰਜ਼ ਬਣਦਾ ਹੈ। ਘਰ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ, ਘਰ 'ਚ ਦਰਸ਼ਨ ਕਰ ਲਓ। ਨਹੀਂ ਰੱਖਿਆ ਤਾਂ ਜਿਹੜਾ ਨੇੜੇ ਤੇੜੇ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨ ਕਰੋ। ਜਦੋਂ ਸਿੱਖ ਹਰ ਰੋਜ਼ ਗੁਰੂ ਦੇ ਦਰਸ਼ਨ ਕਰਨ ਜਾਂਦਾ ਰਹੇਗਾ, ਗੁਰੂ ਮਹਾਰਾਜ ਨਾਲ ਉਹਦੀ ਜਾਣਕਾਰੀ ਹੋ ਜਾਏਗੀ। ਗੁਰੂ ਮਹਾਰਾਜ ਕਿਸੇ ਦਿਨ ਉਸ 'ਤੇ ਕਿਰਪਾ ਕਰ ਦੇਣਗੇ। ਇਸ ਤਰ੍ਹਾਂ ਉਹ ਪਰਿਵਾਰ ਹਰ ਪੂਰਨਮਾਸ਼ੀ ਨੂੰ ਆਉਂਦਾ ਹੈ। ਉਹਨਾਂ ਦਾ ਇੱਕੋ ਇੱਕ ਨੌਜਵਾਨ ਲੜਕਾ ਹੈ, ਉਹ ਸ਼ਰਾਬ ਪੀਣ ਲੱਗ ਪਿਆ ਹੈ। ਫਿਰ ਜਿਹੜਾ ਸ਼ਰਾਬ ਪੀਂਦੇ ਨਾ, ਇਹ ਇਕੱਲਾ ਨਹੀਂ ਪੀਂਦਾ, ਇਕੱਲੇ ਤੇ ਇਹਨੂੰ ਕੋਈ ਸਵਾਦ ਨਹੀਂ ਆਉਂਦਾ। ਇਹਨਾਂ ਦੇ ਆਪਣੀ ਇੱਕ ਢਾਣੀ ਹੁੰਦੀ ਹੈ, ਗਰੁੱਪ ਹੁੰਦਾ, ਉਹ ਰਲ ਕੇ ਪੀਂਦੇ ਨੇ। ਫਿਰ ਕਹਿੰਦੀ ਇਹ ਜਿਹੜਾ ਰੋਜ਼ ਸ਼ਰਾਬ ਪੀਂਦਾ ਜੀ, ਅਸੀਂ ਬੜੇ ਦੁਖੀ ਹੋ ਗਏ। ਇਕੱਲਾ ਸਾਡਾ ਮੁੰਡਾ, ਕੁਦਰਤੀ ਮੁੰਡਾ ਨਾਲ ਆਇਆ ਹੋਇਆ ਸੀ। ਮਹਾਂਪੁਰਖਾਂ ਨੂੰ ਸਹਿਜ ਸੁਭਾ ਕਿਹਾ ਵੀ ਕਾਕਾ ਕੱਲ੍ਹ ਤੋਂ ਸ਼ਰਾਬ ਨਹੀਂ ਪੀਣੀ, ਅਗਲੀ ਪੂਰਨਮਾਸ਼ੀ 'ਤੇ ਅੰਮ੍ਰਿਤ ਛਕ ਲਈ। ਬੱਚਾ ਕੁਛ ਨਹੀਂ ਬੋਲਿਆ, ਅਗਲੇ ਦਿਨ ਵਾਪਸ ਚਲੇ ਗਏ। ਜਾ ਕੇ ਫਿਰ ਪੀਣ ਲੱਗ ਗਿਆ। ਅਗਲੀ ਪੂਰਨਮਾਸ਼ੀ ਨੂੰ ਫਿਰ ਲਾਏ। ਕਹਿ ਜੀ ਇਹਨੇ ਛੱਡੀ ਨਹੀਂ ਹੈ। ਕਹਿੰਦੇ ਕਾਕਾ ਅਸੀਂ ਤੈਨੂੰ ਕਿਹਾ ਸੀ ਸ਼ਰਾਬ ਪੀਣੀ ਛੱਡ ਦੇ, ਤੂੰ ਛੱਡੀ ਕਿਉਂ ਨਹੀਂ? ਕਹਿੰਦੇ ਜੀ ਸੱਚ ਪੁੱਛਦੇ ਹੋ? ਕਹਿੰਦੇ ਹਾਂ ਦੱਸ। ਕਹਿੰਦੇ ਮੈਂ ਮਨ ਬਣਾ ਲਿਆ ਸੀ ਵੀ ਨਹੀਂ ਪੀਣੀ, ਪਰ ਜਦੋਂ ਕਿ ਸ਼ਾਮ ਦੇ 5 ਵਜਦੇ ਨਾ, ਮੇਰੇ ਪੈਰ ਧੱਕੇ ਨਾਲ ਹੀ ਠੇਕੇ ਵੱਲ ਨੂੰ ਚਲੇ ਜਾਂਦੇ ਨੇ। ਮੈਂ ਮਜਬੂਰ ਹਾਂ, ਮੇਰੇ 'ਤੇ ਕਿਰਪਾ ਕਰ ਦਿਓ। ਮਹਾਂਪੁਰਖਾਂ ਦੇ ਮੱਥੇ ਵੱਲ ਵੇਖਿਆ ਵੀ ਉਹ ਇਹ ਤਾਂ ਮਗਰਲਾ ਜਿਹੜਾ ਹੈ ਕਰਮ ਬਣਿਆ ਹੋਇਆ ਇਹਦਾ। ਕਹਿੰਦੇ ਉਰਾ ਸਾਡੇ ਕੋਲ ਬੈਠ। ਉਹ ਕੋਲ ਆ ਕੇ ਬਹਿ ਗਿਆ। ਮਹਾਂਪੁਰਖਾਂ ਨੇ ਆਪਣਾ ਅੰਗੂਠਾ ਧਰਤੀ 'ਤੇ ਲਾਇਆ, ਫਿਰ ਉਹਦੇ ਮੱਥੇ 'ਤੇ ਫੇਰਿਆ। ਕਹਿੰਦੇ ਜਾ ਕਾਕਾ ਅਸੀਂ ਤੇਰੀ ਜਿਹੜੀ ਰੇਖਾ ਹੈ ਸ਼ਰਾਬ ਪੀਣ ਵਾਲੀ, ਇਹ ਮਿਟਾ ਦਿੱਤੀ ਹੈ। ਅਗਲੀ ਪੂਰਨਮਾਸ਼ੀ ਨੂੰ ਅੰਮ੍ਰਿਤ ਛਕ ਲਈ। ਅਤੇ ਮੁੜ ਕੇ ਉਸਨੇ ਫਿਰ ਸ਼ਰਾਬ ਨਹੀਂ ਪੀਤੀ। ਇਹ ਰਖਾਵਾਂ ਨੇ। ਪਿਛਲੇ ਜਨਮਾਂ 'ਚ ਅਸੀਂ ਪੀਂਦੇ ਰਹੇ। ਉਹ ਰੇਖਾ ਇੰਨੀ ਜ਼ਬਰਦਸਤ ਹੋ ਗਈ ਕਿ ਉਹ ਮਿਟਾਇਆ ਮਿਟਦੀ ਨਹੀਂ। ਹੁਣ ਉਹ ਸੰਸਕਾਰ ਮਿਟ ਨਹੀਂ ਰਿਹਾ। ਤੁਸੀਂ ਇੱਕ ਅੱਧੀ ਵਾਰੀ ਚੋਰੀ ਪਿਛਲੇ ਜਨਮ 'ਚ ਕੀਤੀ ਹੈ, ਇਸ ਜਨਮ 'ਚ ਸ਼ਾਇਦ ਬਚੇ ਰਹੋ। ਪਰ ਜਿਸ ਨੇ ਸਾਰੀ ਉਮਰ ਪਿਛਲੇ ਜਨਮ 'ਚ ਚੋਰੀਆਂ ਕੀਤੀਆਂ ਨੇ, ਇਸ ਜਨਮ 'ਚ ਚੋਰੀ ਕਰੇਗਾ। ਉਹ ਚਾਹੇ ਉਹਨੂੰ ਮੰਦਿਰ 'ਚ ਲਾ ਦਿਓ, ਚਾਹੇ ਗੁਰਦੁਆਰੇ ਲਾ ਦਿਓ, ਉੱਥੇ ਹੀ ਕਰੂਗਾ। ਉਹਦੇ ਸੰਸਕਾਰ ਬਣ ਗਏ ਨਾ। ਕਿਸੇ ਕੰਮ ਨੂੰ ਤੁਸੀਂ ਵਾਰੀ ਕਰੀ ਜਾਓ, ਉਹ ਸੰਸਕਾਰ ਬਣ ਜਾਂਦਾ ਹੈ। ਸੰਸਕਾਰ ਰਲ ਕੇ ਫਿਰ ਸਾਡੀ ਕਿਸਮਤ ਬਣਦੇ ਨੇ। ਮੰਨ ਲਓ ਤੁਸੀਂ ਇੱਕ ਕਾਗਜ਼ ਲਓ, ਇੱਕ ਫੁੱਟਾ ਲਓ, ਪੈਨਸਲ ਲਓ, ਕਾਗਜ਼ ਦੀ ਇੱਕ ਲਕੀਰ ਫੇਰੋ, ਉਹਨੂੰ ਰਬੜ ਨਾਲ ਮਿਟਾਓ, ਉਹ ਮਿਟ ਜਾਏਗੀ। ਫਿਰ ਕਾਗਜ਼ 'ਤੇ ਇੱਕ ਲਕੀਰ ਫੇਰੋ ਪੈਨਸਲ ਨਾਲ, ਉਹਦੇ ਉੱਤੇ ਫਿਰ ਲਾਈਨ ਫੇਰੋ, ਫਿਰ ਲਾਈਨ, 20 ਵਾਰ ਉਸ ਦੇ ਉੱਤੇ ਪੈਨਸਲ ਫੇਰੋ, ਉਹ ਲੀਕ ਫਿਰ ਜੇ ਰਬੜ ਨਾਲ ਨਹੀਂ ਮਿਟੇਗੀ। ਕਾਗਜ਼ ਕਾਲਾ ਹੋ ਜਾਏਗਾ, ਨਹੀਂ ਮਿਟਦੀ। ਕਿਉਂ? ਵਾਰੀ ਕਰਨ ਨਾਲ ਉਹ ਇੱਕ ਸੰਸਕਾਰ ਬਣ ਗਿਆ ਹੈ। ਉਹ ਸਾਡੀ ਆਦਤ ਬਣ ਗਈ ਹੈ, ਉਹ ਸਾਡੀ ਕਿਸਮਤ ਹੋ ਗਈ ਹੈ। ਉਸ ਕਰਕੇ ਬੰਦਾ ਫਿਰ ਮਜਬੂਰ ਹੈ, ਛੱਡ ਨਹੀਂ ਸਕਦਾ। ਹਾਂ, ਕੋਈ ਮਹਾਂਪੁਰਖ ਕਿਰਪਾ ਕਰ ਦੇ, ਗੁਰੂ ਮਹਾਰਾਜ ਕਿਰਪਾ ਕਰ ਦੇ, ਫਿਰ ਕੋਈ ਗੱਲ ਬਣ ਸਕਦੀ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਮੈਂ ਸਾਰੇ ਕੰਮ ਛੱਡਤੇ ਹੈ। ਜਿਹੜੇ ਕੰਮ ਲੋਕ ਪੁੱਠੇ ਕੰਮ ਕਰਦੇ ਨੇ, ਮੈਂ ਕਹਿੰਦਾ ਕਰਦਾ ਹੀ ਨਹੀਂ ਹੈ। ਮੈਂ ਸਾਰੇ ਕੰਮ ਛੱਡਦੇ ਨੇ। ਮੈਂ ਤਾਂ ਸਿਰਫ ਰਾਮ ਦਾ ਨਾਮ ਜਪਦਾ ਹਾਂ। ਇਹਨਾਂ ਲੋਕਾਂ ਨੂੰ ਕਹਿੰਦੇ ਗਿਆਨ ਨਹੀਂ ਹੈ, ਇਸ ਲਈ ਇਹਨਾਂ ਮੈਨੂੰ ਕੀ ਨਿੰਦਣਾ।
ਇਹ ਜੇ ਨੀਂਦੀ ਜਾਣਗੇ ਮੇਰੇ 'ਤੇ ਕਿਹੜਾ ਇਹਨਾਂ ਦਾ ਕੋਈ ਅਸਰ ਹੋਣਾ, ਕਿਉਂਕਿ ਮੈਨੂੰ ਪਤਾ ਇਹ ਅਗਿਆਨੀ ਨੇ। ਹੁਣ ਜਿਹੜਾ ਬੰਦਾ ਨਾਮ ਆਪ ਨਹੀਂ ਜਪਦਾ, ਉਹ ਕਈ ਵਾਰੀ ਨਾਮ ਜਪਣ ਵਾਲਾ ਨਿੰਦੀ ਜਾਂਦਾ ਹੁੰਦਾ। ਦੇਖੋ ਜੀ, ਵਿਹਲੇ ਨੇ, ਗੁਰਦੁਆਰੇ 'ਚ ਬੈਠੇ ਰਹਿੰਦੇ ਨੇ। ਆ ਬਾਬਾ ਹੈ, ਇਹਦਾ ਕੋਈ ਜਵਾਕ ਨਹੀਂ, ਜੱਲਾ ਨਹੀਂ ਹੈ, ਇਹਦਾ ਮਨ ਨਹੀਂ ਸੀ ਲੱਗਦਾ, ਇਹਨੇ ਇਸ ਲਈ ਆਹ ਕੰਮ ਸ਼ੁਰੂ ਕਰ ਲਿਆ। ਕਹਿੰਦੇ ਇਹਨੇ ਇਸ ਲਈ ਸ਼ੁਰੂ ਕੀਤਾ, ਜਵਾਕ ਜੱਲਾ ਹੈ ਨਹੀਂ ਸੀ, ਕੋਈ ਮਨ ਲੱਗਦਾ ਨਹੀਂ ਸੀ, ਇਹਨੇ ਕਿ ਚਲ ਆਹੀ ਕੰਮ ਕਰ ਲਓ। ਅਗਿਆਨੀ ਲੋਕ ਨੇ, ਉਹ ਸਮਝਦੇ ਨੇ ਪਤਾ ਨਹੀਂ ਕੰਮ ਸੌਖਾ ਹੈ। ਸਾਰੇ ਕੰਮਾਂ ਤੋਂ ਔਖਾ ਕੰਮ ਭਜਨ ਬੰਦਗੀ ਕਰਨਾ, ਬਾਕੀ ਸੰਸਾਰ ਦੇ ਸਾਰੇ ਕੰਮ ਸੌਖੇ ਨੇ। ਸਭ ਤੋਂ ਔਖਾ ਕੰਮ ਇਹ ਹੈ। 99% ਲੋਕਾਂ ਨੂੰ ਜੇ ਭਜਨ ਬੰਦਗੀ ਕਰਦੇ ਨੇ, ਨੀਂਦ ਆਉਂਦੀ ਹੈ, ਸੁਸਤੀ ਆਉਂਦੀ ਹੈ, ਉਬਾਸੀ ਆਉਂਦੀਆਂ ਨੇ। ਕਿਉਂ? ਔਖਾ ਲੱਗਦਾ ਨਾ। ਜਿਸ ਕੰਮ 'ਚ ਰੁਚੀ ਹੋਵੇ ਉੱਥੇ ਸੁਸਤੀ ਨਹੀਂ ਆਇਆ ਕਰਦੇ। बुरे काम को ऊठ खलोया, नाम की बेला पै पै सोया, एवं तो लिखे। पुठे काम करने रात में 12 बजे जागेगा, 12 जागेगा। चोरी करने भी लोग सुते हुए ने। पुठे काम करने अद्धी रात में जागण को तैयार है। ਉਂਝ ਨੂੰ ਕਹਿ ਕੇ ਵੇਖੋ 12 ਵੱਜ ਕੇ 1 ਮਿੰਟ 'ਤੇ ਇਹਨੂੰ ਉੱਠ ਕੇ ਸਿਮਰਨ ਕਰਿਆ ਕਰ। ਲੈ ਹੋਰ ਕੁਛ ਜੀ, ਉਹੀ ਤਾਂ ਸੌਣ ਦਾ ਵੇਲਾ ਹੈ, ਉਹ ਉਸ ਵੇਲੇ ਸਿਮਰਨ ਕਰੋ ਜੀ। ਹੈ ਸਮਾਂ ਕਿਹੜੇ ਵੇਲੇ? ਚੋਰੀ ਕਰਨ ਵੇਲੇ, ਪਰ ਉਦੋਂ ਵੇਲ ਹੀ ਵੇਲ ਹੈ। ਸੋ ਕਬੀਰ ਸਾਹਿਬ ਕਹਿੰਦੇ ਇਹ ਜਿਹੜੇ ਅਵਰ ਕਾਮ ਨੇ ਨਾ, ਇਹ ਮੈਂ ਸਾਰੇ ਛੱਡਦੇ ਨੇ। ਇਸ ਲਈ ਹੁਣ ਮੈਂ ਬਸ ਰਾਮ ਰਾਮ ਕਰਦਾ ਰਹਿਣਾ। ਤਾਂ ਸਾਡੇ ਕੋਲ ਤਾਂ ਹੀ ਵੇਲ ਹੋਵੇਗੀ ਜੇ ਪੁੱਠੇ ਕੰਮਾਂ ਤੋਂ ਸਾਨੂੰ ਵੇਲ ਹੋਵੇਗੀ। ਜੇ ਅਸੀਂ ਪੁੱਠੇ ਕੰਮ ਛੱਡ ਦਾਂਗੇ, ਨਾਲ ਤਾਂ ਸੁਖੀ ਰਹਾਂਗੇ, ਨਾਲੇ ਵੇਲ ਹੋ ਜਾਏਗੀ। ਸਿੱਧੇ ਕੰਮ ਕਰੋਗੇ, ਸੁਖੀ ਹੋ ਜਾਓਗੇ। ਅਸੀਂ ਦੁਖੀ ਕਿਉਂ? ਪੁੱਠੇ ਕੰਮ ਕਰਦੇ ਹਾਂ। ਕੁਝ ਹੁਣ ਕਰਦੇ ਹਾਂ, ਕੁਝ ਪਿੱਛੇ ਕੀਤੇ ਹੋਏ ਸਨ। ਹੁਣ ਪਿੱਛੇ ਜਿਹੜੇ ਕੀਤੇ ਨੇ ਉਹਨਾਂ ਦਾ ਫਲ ਵੀ ਤਾਂ ਭੋਗਣਾ। ਪਿੱਛੇ ਮਾੜੇ ਕੀਤੇ, ਉਹਨਾਂ ਦਾ ਫਲ ਭੋਗੀ ਜਾਂਦਾ ਬੰਦਾ। ਹੁਣ ਮਾੜੇ ਕਰ, ਹੁਣ ਭੋਗੀ ਜਾਂਦਾ, ਅੱਗੇ ਵੀ ਭੋਗੇਗਾ, ਕਿਉਂਕਿ ਹੁਣ ਵਾਲੇ ਕਰਮਾਂ ਨੇ ਅਗਲੇ ਕਰਮ ਬਣ ਜਾਣਾ ਹੈ। ਜੋ ਪਿਛਲੇ ਜਨਮ 'ਚ ਕੀਤੇ ਉਹ ਹੁਣ ਕਿਸਮਤ ਹੋ ਗਈ ਹੈ। ਹੁਣ ਜਿਹੜੇ ਕਰ ਰਹੇ ਇਹ ਅਗਲੇ ਜਨਮ ਲਈ ਕਿਸਮਤ ਹੋ ਜਾਣੀ ਹੈ। ਜਿਹੜੇ ਪਿਛਲੇ ਜਨਮ 'ਚ ਪੀਂਦੇ ਰਹੇ ਉਹ ਇਸ ਜਨਮ 'ਚ ਪੀਂਦੇ ਰਹੇ, ਜਿਹੜੇ ਇਸ ਜਨਮ 'ਚ ਪੀਂਦੇ ਰਹੇ ਅਗਲੇ ਜਨਮ 'ਚ ਪੀਣਗੇ। ਜਿਹੜੇ ਪਿਛਲੇ ਜਨਮ ਚੋਰੀਆਂ ਕਰਦੇ ਰਹੇ ਇਸ ਜਨਮ ਚੋਰੀਆਂ ਕਰਦੇ ਨੇ, ਅਗਲੇ ਜਨਮ 'ਚ ਵੀ ਕਰਨਗੇ। ਜਿਹੜੇ ਪਿਛਲੇ ਜਨਮ ਭਜਨ ਬੰਦਗੀ ਕਰਦੇ ਸਨ ਇਸ ਜਨਮ 'ਚ ਵੀ ਕਰਦੇ ਨੇ, ਇਸ ਜਨਮ 'ਚ ਵੀ ਕਰਦੇ ਨੇ, ਅਗਲੇ ਜਨਮ 'ਚ ਵੀ ਕਰਨਗੇ। ਸਾਡਾ ਪਾਸਟ, ਪ੍ਰੈਜੈਂਟ, ਫਿਊਚਰ ਇਕੱਠਾ ਹੈ, ਅੱਡ ਅੱਡ ਨਹੀਂ ਹੈ। ਸਾਡਾ ਪਾਸਟ ਹੀ ਅੱਜ ਪ੍ਰੈਜੈਂਟ ਬਣਿਆ, ਇਸ ਪ੍ਰੈਜੈਂਟ ਨੇ ਹੀ ਸਾਡਾ ਫਿਊਚਰ ਬਣਨਾ। ਸਾਡਾ ਜਿਹੜਾ ਪਿਛਲਾ ਸਮਾਂ ਸੀ, ਜੋ ਅਸੀਂ ਪਿਛਲੇ ਸਮੇਂ 'ਚ ਕਰਮ ਕੀਤੇ ਉਹ ਅੱਜ ਹੋ ਗਿਆ ਸਾਡਾ। ਜੋ ਅੱਜ ਕਰ ਰਹੇ ਇਹੀ ਅਗਲੇ ਜਨਮ 'ਚ ਭੋਗ ਰਹੇ ਨੇ। ਇਸ ਲਈ ਸਭ ਵਿਅਰਥ ਦੇ ਕੰਮ ਛੱਡ ਦੇਣੇ ਚਾਹੀਦੇ ਨੇ। ਫਿਰ ਨਾਲੇ ਸੁਖੀ ਹੋ ਜਾਓਗੇ, ਨਾਲੇ ਭਜਨ ਬੰਦਗੀ ਕਰਨ ਲਈ ਵੇਲ ਹੋ ਜਾਏਗੀ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਪਰਦੇਸੀ ਕਹਿ ਘਾਗਰੈ, ਚੌਂਦਿਸ ਲਾਗੀ ਆਗ, ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਪਹਿਲਾਂ ਘੱਗਰੇ ਪਾਉਣ ਦਾ ਰਿਵਾਜ਼ ਸੀ, ਘੱਗਰੇ ਪਾਉਂਦੇ ਹੁੰਦੇ ਸਨ। ਅਸੀਂ ਜਦੋਂ ਪਾਕਿਸਤਾਨ ਦੇ ਬਠਿੰਡੇ ਜ਼ਿਲ੍ਹੇ 'ਚ ਆਏ, ਇੱਥੇ ਜਿਹੜੇ ਲੋਕਲ ਸਨ ਬੀਬੀਆਂ ਇਹ ਘੱਗਰੇ ਪਾਇਆ ਕਰਦੇ ਹਨ। ਹਰਿਆਣੇ ਤਾਂ ਹੁਣ ਵੀ ਪਾਉਂਦੀਆਂ ਨੇ, ਹਰਿਆਣੇ 'ਚ ਬੀਬੀਆਂ ਹੁਣ ਵੀ ਘੱਗਰੇ ਪਾਉਂਦੀਆਂ ਨੇ। ਸੋ ਇੱਥੇ ਘੱਗਰੇ ਤੋਂ ਭਾਵ ਹੈ ਇਹ ਸਰੀਰ। ਅਸੀਂ ਪਰਦੇਸੀ ਹਾਂ, ਅਸੀਂ ਪਰਦੇਸੀ ਹਾਂ। ਇਹ ਦੇਸ਼ ਸਾਡਾ ਦੇਸ਼ ਨਹੀਂ ਹੈ। ਸਾਡਾ ਦੇਸ਼ ਤੇ ਪਰਮਾਤਮਾ ਦਾ ਦੇਸ਼ ਹੈ। ਇਹ ਤੇ ਜਿੱਥੇ ਅਸੀਂ ਰਹਿ ਰਹੇ ਤੇ ਪ੍ਰਦੇਸ਼ ਹੈ ਸਾਡੇ ਲਈ।
ਇੱਥੇ ਪਰਦੇਸੀ ਤੋਂ ਭਾਵ ਹੈ ਮਨੁੱਖ, ਘਾਗਰੇ ਤੋਂ ਭਾਵ ਹੈ ਸਰੀਰ। ਕਿਉਂ ਦਿਸ ਲਾਗੀ ਆਗ, ਜਦੋਂ ਮਨੁੱਖ ਮਰਦਾ ਹੈ, ਦੇਖਣ ਨੂੰ ਮਰਦਾ ਹੈ, ਧਰਮ ਕਹਿੰਦਾ ਨਾ ਕੁਛ ਜੰਮਦਾ ਨਾ ਕੁਛ ਮਰਦਾ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕੁਝ ਜੰਮ ਨਹੀਂ ਰਿਹਾ, ਮਰ ਨਹੀਂ ਰਿਹਾ। ਤੁਸੀਂ ਕਹੋ ਕਿੰਨੀ ਦੁਨੀਆ ਰੋਜ਼ ਜੰਮਦੀ ਤੇ ਮਰਦੀ ਹੈ, ਕੀ ਜੰਮ ਮਰ ਨਹੀਂ ਰਹੇ? ਗੁਰਬਾਣੀ ਕੀ ਨੋ, ਕੋਈ ਜੰਮ ਨਹੀਂ ਰਿਹਾ, ਕੋਈ ਮਰ ਨਹੀਂ ਰਿਹਾ। ਆਤਮਾ ਉਹੀ ਹੈ। ਆਤਮਾ ਨੇ ਇੱਕ ਸਰੀਰ ਛੱਡਿਆ, ਦੂਜੇ ਸਰੀਰ 'ਚ ਪ੍ਰਵੇਸ਼ ਕਰ ਗਈ। ਬਸ ਜਦੋਂ ਆਤਮਾ ਨੇ ਸਰੀਰ ਛੱਡਿਆ, ਕਹਿੰਦੇ ਫਲਾਣਾ ਬੰਦਾ ਮਰ ਗਿਆ ਜੀ, ਨਵੇਂ ਸਰੀਰ 'ਚ ਪ੍ਰਵੇਸ਼ ਕੀਤਾ, ਕਹਿੰਦੇ ਜੰਮ ਪਿਆ ਜੀ। ਆਤਮਾ ਅਮਰ ਹੈ, ਉਹ ਨਹੀਂ ਮਰਦੀ, ਉਹ ਤੇ ਚੋਲਾ ਬਦਲਦੀ ਹੈ। ਜਿਵੇਂ ਕਈ ਵਾਰੀ ਆਪਾਂ ਦਫ਼ਤਰ 'ਚ ਹੋਰ ਕੱਪੜੇ ਪਾਉਣੇ ਆ, ਘਰ ਆ ਕੇ ਹੋਰ ਕੱਪੜੇ ਪਾਉਣੇ, ਆਪਾਂ ਤਾਂ ਉਹੀ ਆ, ਸਿਰ ਕੱਪੜੇ ਬਦਲੇ ਨਾ, ਆਪਾਂ ਤਾਂ ਉਹੀ ਹਾਂ, ਸਿਰਫ ਚੋਲਾ ਬਦਲਿਆ, ਕੱਪੜੇ ਬਦਲੇ ਨੇ। ਵੀ ਜਿਹੜੇ ਹੋਰ ਪਾਏ ਸਨ, ਰਾਤ ਨੂੰ ਹੋਰ ਪਾ ਲਏ। ਬਸ ਆਤਮਾ ਨੇ ਕਦੇ ਬੰਦੇ ਦਾ ਸਰੀਰ ਧਾਰਨ ਕਰ ਲਿਆ, ਕਦੇ ਔਰਤ ਦਾ ਕਰ ਲਿਆ, ਕਦੇ ਪਸ਼ੂ ਦਾ ਕਰ ਲਿਆ, ਕਦੇ ਪੰਛੀ ਦਾ ਕਰ ਲਿਆ, ਕਦੇ ਕਾਸੇ ਦਾ ਕਰ ਲਿਆ, ਕਦੇ ਕਾਸੇ ਦਾ ਕਰ ਲਿਆ। ਆਤਮਾ ਅਮਰ ਹੈ। ਅਸੀਂ ਨਹੀਂ ਮਰਦੇ, ਅਸੀਂ ਸਿਰਫ ਸਰੀਰ ਬਦਲਦੇ ਹਾਂ। ਜਦੋਂ ਬ੍ਰਹਮ ਗਿਆਨ ਹੁੰਦਾ, ਫਿਰ ਪਤਾ ਲੱਗਦਾ ਵੀ ਮੈਂ ਨਹੀਂ ਮਰਨਾ, ਮੈਂ ਤੇ ਇਸ ਸਰੀਰ ਨੂੰ ਇੱਕ ਦਿਨ ਛੱਡ ਜਾਣਾ, ਬਸ ਹੋਰ ਸਰੀਰ ਧਾਰਨ ਕਰ ਲੈਣਾ। ਜੇ ਬ੍ਰਹਮ ਗਿਆਨ ਹੋ ਜਾਏ ਤਾਂ ਫਿਰ ਉਹਨੂੰ ਪਤਾ ਹੁੰਦਾ ਬਸ ਮੈਂ ਅੱਜ ਸਰੀਰ ਤਿਆਗ ਦੇਣਾ, ਉਸ ਤੋਂ ਬਾਅਦ ਮੈਂ ਸੱਚਖੰਡ ਚਲੇ ਜਾਣਾ, ਮੈਂ ਹੋਰ ਸਰੀਰ ਹੀ ਨਹੀਂ ਧਾਰਨ ਕਰਨਾ। ਉਹ ਦੁਬਾਰਾ ਸਰੀਰ ਹੀ ਨਹੀਂ ਧਾਰਨ ਕਰਦਾ। ਹਾਂ, ਪਰਮਾਤਮਾ ਨੂੰ ਹੁਕਮ ਕਰਦੇ ਕਿ ਹੇ ਆਤਮਾ, ਤੇਰੇ ਤੋਂ ਮੈਂ ਕੰਮ ਲੈਣਾ, ਤੂੰ ਜਾ ਸੰਸਾਰ 'ਤੇ ਆਹ ਕੰਮ ਕਰ ਰਿਹਾ, ਵਾਪਸ ਮੇਰੇ ਕੋਲ ਆ ਜੀ। ਉਹ ਡਿਊਟੀ ਲੱਗੀ ਹੁੰਦੀ ਹੈ, ਪਰਮਾਤਮਾ ਡਿਊਟੀ ਲਾ ਕੇ ਭੇਜਦਾ, ਆਹ ਕੰਮ ਕਰਨਾ ਤੂੰ, ਇਹ ਕਰਕੇ ਵਾਪਸ ਆ ਜਾਣਾ, ਕਿ ਵਾਪਸ ਆ ਜਾਣਾ। ਇਸ ਲਈ ਕਹਿੰਦੇ ਨੇ ਜਿਹੜੇ ਧਾਰਮਿਕ ਬੰਦੇ ਨੇ, ਬ੍ਰਹਮ ਗਿਆਨੀ ਨੇ, ਇਹ ਮਰਦੇ ਨਹੀਂ ਹੁੰਦੇ, ਇਹ ਤਾਂ ਸਿਰ ਚੋਲੇ ਬਦਲਦੇ ਨੇ। ਦੇਖਣ ਨੂੰ ਅਸੀਂ ਮਰਦੇ ਹਾਂ, ਅਸੀਂ ਮਰਦੇ ਨਹੀਂ ਹੈਗੇ। ਸਾਡੇ ਅੰਦਰ ਜੋ ਆਤਮਾ ਹੈ, ਜੋ ਅਸੀਂ ਆਪ ਹਾਂ। ਤੁਸੀਂ ਕਹਿੰਦੇ ਜੀ ਮੇਰਾ ਸਿਰ ਦੁਖਦਾ, ਇਹਦਾ ਮਤਲਬ ਹੈ ਤੁਸੀਂ ਹੋਰ ਹੋ, ਸਿਰ ਹੋਰ ਹੈ। ਮੇਰਾ ਜੀ ਸਰੀਰ ਦੁਖਦਾ, ਇਹਦਾ ਮਤਲਬ ਤੁਸੀਂ ਸਰੀਰ ਨਹੀਂ। ਦੇਖ, ਮੇਰਾ ਸਰੀਰ, ਤੁਸੀਂ ਸਰੀਰ ਨਹੀਂ, ਸਰੀਰ ਤੁਹਾਡਾ ਹੈ। ਸਰੀਰ ਤੁਹਾਡਾ ਹੈ, ਤੁਸੀਂ ਹੋਰ ਹੋ, ਸਰੀਰ ਹੋਰ ਹੈ। ਮੇਰਾ ਕਮੀਜ਼, ਮੇਰੀ ਪੈਂਟ, ਇਹ ਤਾਂ ਮੈਂ ਤੁਸੀਂ ਹੋਰ ਹੋ, ਕਮੀਜ਼ ਪੈਂਟ ਹੋਰ ਹੈ। ਤੁਸੀਂ ਹੋਰ ਹੋ, ਸਰੀਰ ਹੋਰ ਹੈ। ਤੁਸੀਂ ਸਰੀਰ ਦੇ ਵਿੱਚ ਰਹਿਣ ਵਾਲੀ ਆਤਮਾ ਹੋ। ਜਿੰਨਾ ਸਮਾਂ ਪਰਮਾਤਮਾ ਵੱਲੋਂ ਆਤਮਾ ਨੂੰ ਮਿਲਿਆ ਹੁੰਦਾ ਕਿ ਤੂੰ ਫਲਾਣਾ ਸਰੀਰ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੇ ਘੰਟੇ ਇਸ ਸਰੀਰ ਤੋਂ ਰਹਿਣਾ, ਬਸ ਉਹਨੇ ਸਮਾਂ ਹੀ ਰਹਿਣਾ। ਫਿਰ ਇਹ ਆਤਮਾ ਸਰੀਰ ਨੂੰ ਛੱਡ ਜਾਂਦੀ ਹੈ। ਆਪਾਂ ਕਹਿੰਦੇ ਫਲਾਣਾ ਜੀ ਮਰ ਗਿਆ ਜੀ, ਸੁਰਗਵਾਸ ਹੋ ਗਿਆ। ਕੁਛ ਨਹੀਂ ਜੰਮਦਾ, ਨਾ ਕੋਈ ਜੰਮਦਾ, ਨਾ ਕੁਛ ਮਰਦਾ ਹੈ, ਸਿਰਫ ਸਰੀਰ ਬਦਲੇ ਜਾਂਦੇ ਹਨ। ਸੋ ਕਹਿੰਦੇ ਇਹ ਜਦੋਂ ਘਾਗਰਾ ਭਾਵ ਸਰੀਰ, ਇਹ ਮਨੁੱਖ ਦੇ ਸਰੀਰ ਜਦੋਂ ਆਤਮਾ ਤਿਆਗ ਦਿੰਦੀ ਹੈ, ਇਸ ਸਰੀਰ ਨੂੰ ਫਿਰ ਅੱਗ ਦੇ ਉੱਤੇ ਸੁੱਟ ਦਿੱਤਾ ਜਾਂਦਾ। ਚੌਂ ਦਿਸ ਲਾਗੀ ਅੱਗ। ਫਿਰ ਜਦੋਂ ਸ਼ਮਸ਼ਾਨ ਘਾਟ ਕਦੇ ਗਏ ਹੋਵੋਗੇ, ਫਿਰ ਜਦੋਂ ਲੱਕੜ ਦੇ ਉੱਤੇ ਸਰੀਰ ਨੂੰ ਰੱਖਿਆ, ਸਾਰੇ ਪਾਸੇ ਫਿਰ ਮੱਚਣ ਲੱਗ ਜਾਂਦਾ ਸਰੀਰ, ਸਾਰੇ ਪਾਸੇ ਲੱਕੜ ਨੂੰ ਅੱਗ ਲੱਗ ਜਾਂਦੀ ਹੈ। ਚੌਂ ਦਿਸ ਲਾਗੀ ਆਗ, ਚਾਰੇ ਦਿਸ਼ਾਵਾਂ ਤੋਂ ਫਿਰ ਇਹਨੂੰ ਅੱਗ ਲੱਗ ਜਾਂਦੀ ਹੈ। ਖਿੰਥਾ ਜਲ ਕੋਇਲਾ ਪਈ,
ਖਿੰਥਾ ਹੁੰਦੀ ਹੈ ਗੋਦੜੀ, ਭਾਵੇਂ ਸਰੀਰ। ਇਹ ਸਰੀਰ ਸੜ ਕੇ ਕੋਇਲਾ ਹੋ ਗਿਆ। ਧਾਗੇ ਅੰਦਰ ਧਾਗਾ, ਜਿਹਨੂੰ ਪੰਜਾਬੀ ਦਾ ਧਾਗਾ, ਹਿੰਦੀ ਕਹਿੰਦੇ ਧਾਗਾ। ਆਂਚ ਆਪਾਂ ਕਹਿੰਦੇ ਸੇਕ, ਹਿੰਦੀ ਕਹਿੰਦੇ ਆਂਚ। ਧਾਗੇ ਆਂਚ ਨਾ ਲਾਗ, ਧਾਗੇ ਨੂੰ ਕੋਈ ਸੇਕ ਨਹੀਂ ਲੱਗਾ। ਇੱਥੇ ਧਾਗੇ ਤੋਂ ਮਤਲਬ ਆਤਮਾ। ਸਰੀਰ ਸੜ ਗਿਆ ਹੈ, ਸੜ ਕੇ ਕੋਇਲੇ ਹੋ ਗਿਆ ਹੈ, ਪਰ ਆਤਮਾ ਨੂੰ ਕੋਈ ਸੇਕ ਨਹੀਂ ਲੱਗਾ, ਕਿਉਂਕਿ ਉਹ ਤਾਂ ਵਿੱਚੋਂ ਨਿਕਲ ਗਈ ਹੈ। ਉਹ ਤਾਂ ਵਿੱਚੋਂ ਨਿਕਲ ਗਈ ਹੈ। ਕਈ ਵਾਰੀ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ, ਉਹ ਜਿਉਂਦੇ ਜੀ ਵੀ ਸਰੀਰ ਵਿੱਚੋਂ ਨਿਕਲ ਜਾਂਦੇ ਨੇ। ਉਹ ਸਰੀਰ ਵਿੱਚੋਂ ਜਿਉਂਦੇ ਜੀ ਹੀ ਨਿਕਲ ਜਾਂਦੇ ਨੇ। ਜਦੋਂ ਵਿੱਚੋਂ ਨਿਕਲ ਜਾਂਦੇ ਨੇ, ਇਸ ਸਰੀਰ ਨੂੰ ਤੁਸੀਂ ਵੱਢੀ ਜਾਓ, ਟੁੱਕੀ ਜਾਓ, ਕੋਈ ਦਰਦ ਨਹੀਂ ਹੁੰਦਾ, ਕੋਈ ਦਰਦ ਨਹੀਂ ਹੁੰਦਾ। ਸਿਖਰ ਦੁਪਹਿਰੇ ਸਰੀਰ ਨੂੰ ਚੱਕ ਕੇ ਧੁੱਪੇ ਰੱਖ ਦਿਓ, ਕੋਈ ਗਰਮੀ ਨਹੀਂ ਲੱਗਦੀ, ਨਾ ਸਰਦੀ ਲੱਗੇ ਸਰੀਰ ਨੂੰ। ਜਿੰਨੇ ਗਰਮੀ, ਸਰਦੀ, ਦੁੱਖ, ਸੁੱਖ ਮਹਿਸੂਸ ਕਰਨਾ ਸੀ, ਉਹਦੇ ਵਿੱਚੋਂ ਨਿਕਲ ਗਿਆ ਹੈ, ਉਹਦੇ ਵਿੱਚੋਂ ਨਿਕਲ ਗਿਆ। ਆਪਣੇ ਆਜ਼ਾਦ ਸਿੰਘ ਨੇ ਸਤਸੰਗੀ ਮਹਾਂਪੁਰਖ ਹੋਏ ਨੇ, ਸੰਤ ਨਿਰੰਜਨ ਸਿੰਘ ਜੀ ਪਟਿਆਲੇ ਦੇ, ਬ੍ਰਹਮ ਗਿਆਨੀ ਸਨ। ਉਹ ਵੀ ਸਰੀਰ 'ਚੋਂ ਨਿਕਲ ਜਾ ਕਰਦੇ ਸਨ। ਇੱਕ ਦਿਨ ਆਜ਼ਾਦ ਸਿੰਘ ਨੂੰ ਕਹਿੰਦੇ ਵੀ ਮਹਾਰਾਜ ਜੀ, ਇਹ ਮਹਾਰਾਜ ਜੀ ਉਹਨਾਂ ਨੂੰ ਕਿਹਾ ਕਰਦੇ ਸਨ ਮਹਾਂਪੁਰਖਾਂ ਨੂੰ, ਵੀ ਜਦੋਂ ਮੈਂ ਤੁਹਾਡੇ ਬੂਹੇ ਅੱਗੇ ਬਾਹਰ ਬੈਠਾ ਹੁੰਨਾ, ਅੰਮ੍ਰਿਤ ਵੇਲੇ ਤੁਸੀਂ ਕਿਸੇ ਨਾਲ ਗੱਲਾਂ ਕਰ ਰਹੇ ਹੁੰਦੇ ਹੋ। ਬੰਦਾ ਤਾਂ ਕੋਈ ਹੁੰਦਾ ਨਹੀਂ, ਕੁੰਡਾ ਤਾਂ ਬੰਦ ਹੁੰਦਾ ਅੰਦਰੋਂ, ਤੁਸੀਂ ਗੱਲਾਂ ਕਰ ਰਹੇ ਹੁੰਦੇ ਹੋ। ਕਹਿੰਦੇ ਹਾਂ ਭਾਈ, ਜਿਹੜੇ ਰੂਹਾਂ ਨੇ, ਮਹਾਂਪੁਰਖ ਨੇ, ਉਹ ਸਾਨੂੰ ਮਿਲਣ ਆ ਜਾਂਦੇ ਹਨ। ਕਹੇ ਜੀ ਮੈਨੂੰ ਵੀ ਦਰਸ਼ਨ ਕਰਾ ਦਿਓ। ਕਿ ਚੰਗਾ। ਕੱਲ੍ਹ ਉਹਨਾਂ ਨੇ ਨਹਾ ਧੋ ਕੇ 1:30 ਵਜੇ ਰਾਤ ਨੂੰ ਪਹੁੰਚ ਗਏ। ਇਹ ਨਹਾ ਧੋ ਕੇ ਉੱਥੇ ਪਹੁੰਚ ਗਏ। ਜਦੋਂ ਹੋਇਆ ਅੰਮ੍ਰਿਤ ਵੇਲਾ, ਕਹਿੰਦੇ ਕਾਕਾ ਅੰਦਰ ਆ ਜਾ। ਅੰਦਰ ਆ ਗਏ। ਕਹਿੰਦੇ ਉਹਨਾਂ ਨੇ ਆਪਣੀ ਸ਼੍ਰੀ ਸਾਹਿਬ ਮੇਰੇ ਸਿਰ 'ਤੇ ਰੱਖਤੀ, ਮੇਰੀ ਦਿਵਦ੍ਰਿਸ਼ਟੀ ਖੁੱਲ੍ਹ ਗਈ। ਜਿਨ੍ਹਾਂ ਸੰਤਾਂ ਦੀ ਮੈਂ ਤਸਵੀਰਾਂ ਵੇਖੀਆਂ ਸਨ, ਉਹਨਾਂ ਨੂੰ ਮੈਂ ਪਹਿਚਾਣੀ ਗਿਆ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਆ ਗਏ, ਸੰਤ ਈਸ਼ਰ ਸਿੰਘ ਜੀ ਆ ਗਏ, ਫਲਾਣੇ ਸੰਤ ਬਾਬਾ ਨੰਦ ਸਿੰਘ ਜੀ ਆ ਗਏ, ਫਲਾਣੇ ਆ ਗਏ ਨੇ। ਜਦੋਂ ਸਾਰੇ ਆ ਕੇ ਬਹਿ ਗਏ, ਉਹਨਾਂ ਨੇ ਕਹਿੰਦਾ ਮੇਰੇ ਸਿਰ ਤੋਂ ਸ਼੍ਰੀ ਸਾਹਿਬ ਚੱਕਤੀ, ਮੈਨੂੰ ਸਭ ਕੁਝ ਦਿਸਣੋਂ ਹਟ ਗਿਆ। ਕਹਿੰਦੇ ਕਾਕਾ ਹੁਣ ਤੂੰ ਬਾਹਰ ਬੈਠ, ਬਾਹਰ ਬੈਠ। ਕਹਿੰਦੇ ਕਈ ਵਾਰੀ ਉਹਨਾਂ ਮੈਨੂੰ ਕਹਿਣਾ ਕਾਕਾ ਮੈਂ ਨਾ, ਜਿਵੇਂ ਮਹਾਂਪੁਰਖ ਮੈਨੂੰ ਮਿਲਣ ਆਉਂਦੇ, ਮੈਂ ਵੀ ਉਹਨਾਂ ਨੂੰ ਮਿਲਣ ਜਾਂਦਾ। ਮੈਂ ਮਿਲਣ ਜਾਣਾ ਅਤੇ ਮੇਰੇ ਸਰੀਰ ਨੂੰ ਕੋਈ ਛੇੜੇ ਨਾ, ਮੇਰੇ ਸਰੀਰ ਨੂੰ ਹਿਲਾਉਣਾ ਨਹੀਂ ਹੈਗਾ। ਕਿਉਂਕਿ ਕਈ ਵਾਰੀ ਜਿਹੜਾ ਸਾਡਾ ਲਿੰਕ ਹੁੰਦਾ ਨਾ, ਜਿਵੇਂ ਸੂਰਜ ਦੀ ਕਿਰਨ ਹੁੰਦੀ ਹੈ ਬੜੀ ਬਰੀਕ, ਇੰਗਲਿਸ਼ 'ਚ ਉਹਨੂੰ ਕਹਿੰਦੇ ਸਿਲਵਰ ਕੌਰਡ, ਚਾਂਦੀ ਵਰਗਾ ਬਰੀਕ ਧਾਗਾ ਜਿਹੜਾ ਹੈ। ਇਸ ਤਰ੍ਹਾਂ ਬਹੁਤ ਬਰੀਕ ਰੋਸ਼ਨੀ ਦੀ ਕਿਰਨ ਦੇ ਨਾਲ ਇਹ ਸਰੀਰ ਅਤੇ ਆਤਮਾ ਜੁੜੇ ਰਹਿੰਦੇ ਨੇ। ਆਤਮਾ ਭਾਵੇਂ 200 ਕਿਲੋਮੀਟਰ ਸਰੀਰ ਨੂੰ ਛੱਡ ਕੇ ਚਲੀ ਗਈ ਹੋਵੇ ਬਾਹਰ, ਸੂਖਸ਼ਮ ਸਰੀਰ ਵਿੱਚੋਂ ਨਿਕਲ ਸਕਦਾ। ਸਰੀਰ ਨੂੰ ਹਿਲਾਉਣਾ ਨਹੀਂ ਹੁੰਦਾ। ਕਹਿੰਦੇ ਫਿਰ ਜਦੋਂ ਵਾਪਸ ਆ ਜਾਂਦੇ ਸਨ, ਫਿਰ ਮੈਨੂੰ ਆਵਾਜ਼ ਮਾਰ ਦਿੰਦੇ ਸਨ ਵੀ ਕੋਈ ਮਿਲਣ ਨਾ ਆਵੇ, ਦਰਵਾਜ਼ਾ ਖੋਲ੍ਹ ਦੇਣਾ। ਸੋ ਇਸ ਤਰ੍ਹਾਂ ਸਰੀਰ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ, ਮੁੜ ਕੇ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਰਾਮ ਰਾਏ ਜੀ ਜਿਹੜੇ 7ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸਨ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਦਿੱਲੀ ਭੇਜਿਆ ਸੀ ਕਿ ਜੋ ਅਸੀਂ ਤਾਂ ਜਾਣਾ ਨਹੀਂ, ਰੰਗ ਦੇ ਮੱਥੇ ਲੱਗਣਾ ਨਹੀਂ, ਤੁਸੀਂ ਜਾਓ। ਜੋ ਰੰਗ ਦੇ ਪ੍ਰਸ਼ਨ ਪੁੱਛੇ ਡਰਨਾ ਨਹੀਂ ਹੈਗਾ, ਅਸੀਂ ਤੁਹਾਡੇ ਨਾਲ ਹੋਵਾਂਗੇ, ਡਰਨਾ ਨਹੀਂ, ਸੱਚੋ ਸੱਚ ਕਹਿਣਾ। ਚਲੋ ਜੀ, ਅਨੇਕਾਂ ਪ੍ਰਕਾਰ ਦੇ ਕੌਤਕ ਵਿਖਾਏ। ਕਿਉਂਕਿ ਜਿਹੜੇ ਮੁਸਲਮਾਨ ਨੇ ਇਹ ਕਹਿੰਦੇ ਨੇ ਜੀ ਕਰਾਮਾਤ ਵਿਖਾਓ,
ਜਿਹੜਾ ਪੀਰ ਕਰਾਮਾਤ ਵਿਖਾਉਂਦਾ ਇਹਨੂੰ, ਉਹਨੂੰ ਪੀਰ ਮੰਨਦੇ, ਬਾਕੀ ਤਾਂ ਐਵੇਂ ਮੰਨਦੇ ਨੇ, ਬਾਕੀ ਇਹਨੂੰ ਕੁਛ ਨਹੀਂ ਹੋਇਆ ਇਹਦੇ ਕੋਲੇ। ਪੰਚਮ ਪਾਤਸ਼ਾਹ ਨੂੰ ਕਿਹਾ ਕਿ ਕਰਾਮਾਤ ਵਿਖਾਓ, ਉਹ ਕਹਿੰਦਾ ਅਸੀਂ ਨਹੀਂ ਕਰਾਮਾਤ ਵਿਖਾਣੀ। ਜਹਾਂਗੀਰ ਨੇ ਸੋਚਿਆ ਤੇ ਐਵੇਂ ਹੀ ਹੈ, ਚੱਕ ਕੇ ਤੱਤੀ ਤਵੀ 'ਤੇ ਬਿਠਾ ਦਿਓ। ਨੌਵੇਂ ਪਾਤਸ਼ਾਹ ਨੂੰ ਕਿਹਾ ਤੁਸੀਂ ਕਰਾਮਾਤ ਵਿਖਾਓ, ਉਹ ਕਹਿੰਦੇ ਸਿੱਖ ਧਰਮ 'ਚ ਕਰਾਮਾਤ ਵਿਖਾਉਣੀ ਮਨ੍ਹਾ। ਔਰੰਗਜ਼ੇਬ ਸੋਚਿਆ ਇਹ ਤਾਂ ਐਵੇਂ ਹੀ ਹੈ, ਕਰੋ ਕਤਲ ਇਹਨੂੰ। ਉਹ ਉਸੇ ਤੋਂ ਹੀ ਡਰਦੇ ਨੇ ਜਿਹੜਾ ਕਰਾਮਾਤਾਂ ਵਿਖਾਉਂਦਾ, ਉਹਨੂੰ ਪੀਰ ਮੰਨਦੇ ਨੇ ਵੀ ਹਾਂ ਇਹਦੀ ਤਾਕਤ ਹੈ ਕੋਈ। ਖੈਰ ਮੈਂ ਸੁਣਾ ਰਿਹਾ ਸੀ, ਹਾਂ ਰਾਮ ਰਾਏ ਜੀ ਨੂੰ ਚਲੋ ਬਹੁਤ ਪ੍ਰਭਾਵਿਤ ਹੋ ਗਿਆ। ਔਰੰਗਜ਼ੇਬ ਬੜਾ ਸਤਿਕਾਰ ਕਰਦਾ ਸੀ, ਕੁਰਸੀ 'ਤੇ ਬਿਠਾਉਂਦਾ ਸੀ। ਜਿਨ੍ਹਾਂ ਸ਼ਿਕਾਇਤਾਂ ਕੀਤੀਆਂ ਉਹਨਾਂ ਨੂੰ ਤਕਲੀਫ ਹੋ ਗਈ ਵੀ ਹੈ ਅਸੀਂ ਤਾਂ ਕਿਸੇ ਕੋਈ ਸਜ਼ਾ ਦੇਵੇਗਾ, ਇਹ ਤਾਂ ਸਤਿਕਾਰ ਹੀ ਬਹੁਤ ਹੈ। ਤਾਂ ਇੱਕ ਦਿਨ ਕਿਸੇ ਮੁੱਲਾ ਨੇ ਕਿਹਾ ਭਰੇ ਦਰਬਾਰ ਦੇ ਵਿੱਚ ਵੀ ਰਾਮ ਰਾਏ ਜੀ, ਤੁਹਾਡੇ ਪੰਜਵੇਂ ਗੁਰੂ ਨੇ ਜਿਹੜਾ ਗ੍ਰੰਥ ਸਾਹਿਬ ਲਿਖਿਆ ਹੈ ਉਹ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਮੁਸਲਮਾਨਾਂ ਦੇ ਵਿੱਚ ਇਹ ਮੰਨਤ ਹੈ ਕਿ ਜੇ ਤੁਸੀਂ ਮੁਰਦੇ ਨੂੰ ਸਾੜੋਗੇ ਤਾਂ ਤੁਸੀਂ ਨਰਕਾਂ 'ਚ ਚਲੇ ਜਾਓ, ਇਸ ਲਈ ਮੁਰਦਾ ਸਾੜਦੇ ਨੇ, ਉਹ ਦੱਬਦੇ ਨੇ। ਹੁਣ ਗੁਰਬਾਣੀ ਲਿਖਿਆ ਕਿਸੇ ਮੁਸਲਮਾਨ ਨੂੰ ਦੱਬਿਆ ਸੀ ਕਬਰਾਂ 'ਚ, ਸਮਾਂ ਹੋ ਗਿਆ ਕਬਰ ਦੀ ਕੋਈ ਨਿਸ਼ਾਨੀ ਕੋਈ ਨਾ ਰਹੀ, ਕਿਸੇ ਘੁਮਿਆਰ ਨੇ ਉੱਥੋਂ ਮਿੱਟੀ ਪੁੱਟੀ, ਉਹ ਮਿੱਟੀ ਗੋਈ, ਉਹਦੀਆਂ ਇੱਟਾਂ ਬਣਾਈਆਂ, ਆਵੇ 'ਚ ਰੱਖੀਆਂ, ਅੱਗ ਜਲਾਈ। ਹੁਣ ਮੁਸਲਮਾਨ ਦੀ ਮਿੱਟੀ ਸੜ ਰਹੀ ਹੈ, ਸੜ ਰਹੀ। ਕਹਿੰਦੀ ਇਹ ਲਿਖਿਆ। ਹੁਣ ਰਾਮ ਰਾਏ ਨੇ ਕਿਹਾ ਵੀ ਲਿਖਿਆ ਤਾਂ ਇਹੀ ਹੈ ਵੀ ਵਾਹ ਵਾਹ ਇੱਜ਼ਤ ਮਾਨ ਬਣੀ ਹੈ, ਛੋਟੀ ਜਿਹੀ ਗੱਲ ਪਿੱਛੇ ਕਾਹਨੂੰ ਵਿਗਾੜਨੀ ਹੈ। ਉਹਨੇ ਰਾਮ ਰਾਏ ਜੀ ਕਹਿੰਦੇ ਵੀ ਨਹੀਂ ਜੀ, ਗੁਰੂ ਨਾਨਕ ਦੇਵ ਨੇ ਲਿਖਿਆ ਸੀ ਮਿੱਟੀ ਬੇਈਮਾਨ ਕੀ, ਇਹ ਤਾਂ ਮਗਰੋਂ ਕਿਸੇ ਨੇ ਲਿਖਤਾ ਮਿੱਟੀ ਮੁਸਲਮਾਨ ਕੀ। ਚਲੋ ਉਹਨੂੰ ਤਸੱਲੀ ਹੋ ਗਈ ਵੀ ਲਿਖਤਾ ਹੋਣਾ ਕਿਸੇ ਨੇ। ਜਿਹੜੇ ਨਾਲ ਸਿੱਖ ਗਏ ਸਨ ਉਹਨਾਂ ਸਤਵੇਂ ਪਾਤਸ਼ਾਹ ਨੂੰ ਆ ਕੇ ਦੱਸਤਾ ਕੀਰਤਪੁਰ ਸਾਹਿਬ ਕਿ ਤੁਹਾਡੇ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਕਿਹਾ। ਗੁਰੂ ਮਹਾਰਾਜ ਨੇ ਸੁਨੇਹਾ ਭੇਜਤਾ ਰਾਮ ਰਾਏ ਨੂੰ ਕਿ ਤੂੰ ਗੁਰੂ ਨਾਨਕ ਦਾ ਇੱਕ ਸ਼ਬਦ ਬਦਲ ਦਿੱਤਾ ਹੈ, ਲਾਈਨ ਨਹੀਂ ਬਦਲੀ, ਸਿਰਫ ਕੋਈ ਸ਼ਬਦ ਹੀ ਬਦਲਿਆ। ਇਸੇ ਤੇਰੀ ਕਿਵੇਂ ਜ਼ਰੂਰਤ ਪੈ ਗਈ, ਤੂੰ ਬਾਣੀ ਨੂੰ ਬਦਲਣ ਵਾਲਾ ਤੈਂ ਸਾਡੇ ਮੱਥੇ ਨਹੀਂ ਲੱਗਣਾ। ਰਾਮ ਰਾਏ ਆਇਆ ਬੜੇ ਤਰਲੇ, ਗੁਰੂ ਮਹਾਰਾਜ ਕੇ ਬਸ ਸਾਡੇ ਮੱਥੇ ਨਹੀਂ ਲੱਗਣਾ, ਜਿਹਨੂੰ ਤੂੰ ਖੁਸ਼ ਕਰਨ ਗਿਆ ਉਸ ਨੂੰ ਕਰ ਖੁਸ਼। ਔਰੰਗਜ਼ੇਬ ਨੇ ਸੋਚਿਆ ਫੁੱਟ ਪੈ ਗਈ ਘਰ 'ਚ। ਆਪਾਂ ਉਂਝ ਕਹਿੰਦੇ ਹਾਂ ਅੰਗਰੇਜ਼ਾਂ ਨੂੰ ਜੀ ਉਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਸੀ। ਸਦੀਆਂ ਤੋਂ ਹੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਚੱਲਦੀ ਹੈ, ਅੱਜ ਵੀ ਹੈ, ਅੱਜ ਵੀ ਹੈ। ਹਿੰਦੂਆਂ ਨੇ ਮੁਸਲਮਾਨਾਂ ਦੇ ਵਿਰੁੱਧ ਕਰ ਦਿਓ, ਮੁਸਲਮਾਨਾਂ ਨੂੰ ਹਿੰਦੂਆਂ ਦੇ ਵਿਰੁੱਧ ਕਰ ਦਿਓ, ਕਦੇ ਹਿੰਦੂਆਂ ਨੇ ਸਿੱਖਾਂ ਦੇ ਵਿਰੁੱਧ ਕਰ ਦਿਓ, ਕਦੇ ਕਿਸੇ ਨੂੰ ਕਰ ਦਿਓ। ਇਹੀ ਦੇਖ ਰਹੇ ਹੋ ਤੁਸੀਂ ਤਮਾਸ਼ਾ। ਅੱਜ ਵੀ ਪਾੜੋ ਅਤੇ ਰਾਜ ਕਰੋ ਹੀ ਹੈ। ਫਿਰ ਔਰੰਗਜ਼ੇਬ ਨੇ ਉਹਨੂੰ ਦੇਹਰਾਦੂਨ ਜਿਹੜਾ ਸ਼ਹਿਰ ਹੈ ਹੁਣ ਉਹ ਥਾਂ ਦੇਤੀ। ਉਦੋਂ ਸ਼ਹਿਰ ਕੋਈ ਨਹੀਂ ਸੀ, ਜਗ੍ਹਾ ਦੇਤੀ। ਦੂਨ ਹੁੰਦਾ ਹੈ ਪੱਧਰਾ ਥਾਂ ਜਿਹਦੇ ਆਲੇ ਦੁਆਲੇ ਪਹਾੜ ਹੋਣ ਅਤੇ ਵਿਚਾਲੇ ਪੱਧਰੀ ਥਾਂ ਹੈ, ਉਹਨੂੰ ਕਹਿੰਦੇ ਨੇ ਦੂਨ। ਅਤੇ ਧਰਮ ਰਾਏ ਉਹਨਾਂ ਰਾਮ ਰਾਏ ਜੀ ਨੇ ਆ ਕੇ ਉੱਥੇ ਆਪਣਾ ਡੇਰਾ ਵਸਾ ਲਿਆ। ਉਹ ਦੇਹਰਾਦੂਨ ਤੋਂ ਹੌਲੀ ਹੌਲੀ ਦੇਹਰਾਦੂਨ ਹੋ ਗਿਆ, ਬਸ ਬਾਅਦ ਐਡਾ ਵੱਡਾ ਸ਼ਹਿਰ ਹੋ ਗਿਆ। ਲਓ ਜੀ, ਰਾਮ ਰਾਏ ਵੀ ਆਪਣੇ ਸਰੀਰ ਵਿੱਚੋਂ ਨਿਕਲ ਜਾ ਕਰਦੇ ਸਨ। ਉਹ ਇੱਕ ਦਿਨ ਜਿਹੜੇ ਸਨ ਮਸੰਦ, ਉਹ ਚਾਹੁੰਦੇ ਸਨ ਵੀ ਰਾਮ ਰਾਏ ਕਿਸੇ ਤਰ੍ਹਾਂ ਮਰੇ ਅਤੇ ਅਸੀਂ ਮਾਲਕ ਬਣੀ ਡੇਰੇ ਦੇ। ਰਾਮ ਰਾਏ ਆਪਣੀ ਘਰ ਵਾਲੇ ਨੂੰ ਕਹਿੰਦੇ ਵੀ ਮੈਂ 5-6 ਦਿਨਾਂ ਲਈ ਬਾਹਰ ਚੱਲਿਆ, ਮੇਰੇ ਸਰੀਰ ਨੂੰ ਕੋਈ ਛੇੜੇ ਨਾ।
ਚਲੋ ਜੀ, ਉਹ ਵਿਚਾਰੀ ਪਹਿਰਾ ਦਿੰਦੀ ਰਹੀ। ਮਸੰਦਾ ਨੂੰ ਪਤਾ ਲੱਗਾ ਵੀ ਰਾਮ ਰਾਏ ਵਿੱਚੋਂ ਨਿਕਲ ਕੇ ਚਲੇ ਗਿਆ ਹੈ। ਉਹ ਕਹਿੰਦੇ ਮਰ ਗਿਆ ਰਾਮ ਰਾਏ ਜੀ। ਉਹ ਕਹਿੰਦੇ ਨਹੀਂ, ਮੈਨੂੰ ਕਹਿ ਕੇ ਗਏ ਨੇ। ਕਹਿੰਦੇ ਨਹੀਂ, ਤੁਸੀਂ ਤਾਂ ਭੋਲੇ ਹੋ, ਕਦੇ ਇੰਨੇ ਦਿਨ ਵੀ ਕੋਈ ਸਰੀਰ ਰਿਹਾ ਹੈਗਾ। ਚਲੋ ਜੀ, 5ਵੇਂ ਇੱਥੇ 6ਵੇਂ ਦਿਨ ਧੱਕੇ ਨਾਲ ਚੱਕ ਕੇ ਰਾਮ ਰਾਏ ਸਰੀਰ ਨੂੰ ਸਾੜਤਾ। ਜਦੋਂ ਅੱਗ ਲੱਗ ਗਈ, ਅੱਧੇ ਤੋਂ ਬਹੁਤਾ ਸਰੀਰ ਸੜ ਗਏ ਨੇ, ਜੇ ਰਾਮ ਰਾਏ ਮੁੜ ਕੇ ਆ ਗਿਆ। ਉਹ ਆ ਗਿਆ। ਉਹ ਹੁਣ ਘਰ ਵਾਲੇ ਨਹੀਂ ਦਿਸ ਰਿਹਾ, ਉਹਨਾਂ ਨਹੀਂ ਦਿਸ ਰਿਹਾ। ਕਹਿੰਦੇ ਵੀ ਤੂੰ, ਕਹਿੰਦੇ ਇਹਨਾਂ ਧੱਕੇ ਨਾਲ ਅੱਗ ਸੜਤਾ। ਮੈਂ ਦੇਖੋ ਕਹਿੰਦਾ ਨਾ ਧੱਕੇ ਨਾਲ ਸਾੜਤਾ। ਕਹਿੰਦੇ ਅੱਛਾ। ਕਹਿੰਦੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਸਾੜਿਆ ਜਾਵੇਗਾ, ਜਿਵੇਂ ਇਹਨਾਂ ਮੈਨੂੰ ਜਿਉਂਦੇ ਨੂੰ ਸਾੜਿਆ ਨਾ, ਇਹਨਾਂ ਨੂੰ ਇਸੇ ਤਰ੍ਹਾਂ ਸਾੜਿਆ ਜਾਏਗਾ। ਫਿਰ ਰਾਮ ਰਾਏ ਦੀ ਘਰ ਵਾਲੀ ਜਿਹੜੀ ਹੈ ਦਸਮ ਪਾਤਸ਼ਾਹ ਨੂੰ ਮਿਲੀ, ਕਿਉਂ ਤਾਂ ਪੌਂਟਾ ਸਾਹਿਬ ਸਨ ਦਸਮ ਪਾਤਸ਼ਾਹ, ਉੱਥੋਂ ਨੇੜੇ ਦੇਹਰਾਦੂਨ। ਵੀ ਐਂ ਕੀਤਾ ਜੀ ਇਹਨਾਂ ਮਸੰਦਾਂ ਨੇ। ਕਹਿੰਦੇ ਕੋਈ ਨਹੀਂ, ਅਸੀਂ ਆਉਂਦੇ ਹਾਂ ਉੱਥੇ। ਕਹਿੰਦੇ ਤੂੰ ਪਰਦੇ ਪਿੱਛੇ ਜੀ, ਅਸੀਂ ਮਸੰਦਾਂ ਨੂੰ ਵਾਰੀ ਵਾਰੀ ਲੰਘਾਵਾਂਗੇ ਆਪਣੇ ਅੱਗੋਂ, ਤੂੰ ਮੈਨੂੰ ਦੱਸਦੀ ਜਾਈਂ ਵੀ ਆਹ ਵੀ ਸੀ ਸਾੜਨ 'ਚ, ਆਹ ਵੀ ਸੀ ਸਾੜਨ 'ਚ ਹੈ। ਕਹਿੰਦੇ ਭਾਈ ਜਿਹੜੇ ਬਹੁਤ ਵਧੀਆ ਮਸੰਦ ਨੇ ਨਾ, ਅਸੀਂ ਉਹਨਾਂ ਨੂੰ ਸਰੋਪੇ ਦੇਣੇ ਨੇ, ਤੂੰ ਬੇਬੀ ਦੱਸੀ ਜਾਈ ਕਿਹੜੇ ਕਿਹੜੇ ਵਧੀਆ ਨੇ। ਉਂਝ ਨੂੰ ਦੱਸਦਾ ਵੀ ਜਿੰਨਾ ਸਾੜਨ ਉਹ ਦੱਸਿਓ। ਉਹ ਕਹੇਗੀ ਜੀ ਆਹ ਮਸੰਦ ਵੀ ਬੜਾ ਅੱਛਾ ਹੈ। ਅੱਛਾ ਭਾਈ ਤੂੰ ਇੱਧਰ ਹੋ ਜਾ, ਆਹ ਵੀ ਬਹੁਤ ਚੰਗਾ, ਆ ਜਾ ਵੀ ਤੈਨੂੰ ਸਰੋਪਾ ਦੇਵਾਂਗੇ। ਉਹ 30-31 ਜਿਹੜੇ ਸਨ ਇੱਕ ਪਾਸੇ ਕਰ ਲਏ। ਦਸਮ ਪਾਤਸ਼ਾਹ ਨੇ ਤੱਤੇ ਤੇਲ ਦਾ ਕੜਾਹਾ ਕਰ ਲਿਆ, ਚੱਕ ਕੇ ਵਿੱਚ ਸੁੱਟ ਦਿੱਤਾ। ਜਾਂਦੇ ਕਿੱਥੇ ਤੁਸੀਂ? ਕਿਉਂਕਿ ਉਹਨੇ ਸ਼ਰਾਬ ਦਿੱਤਾ ਕਿ ਜਿਵੇਂ ਤੁਸੀਂ ਮੈਨੂੰ ਜਿਉਂਦੇ ਨੂੰ ਸਾੜ, ਐਂ ਤੁਹਾਨੂੰ ਸਾੜਿਆ ਜਾਏਗਾ। ਫਿਰ ਦਸਮ ਪਾਤਸ਼ਾਹ ਨੇ ਸਾੜੇ, ਫਿਰ ਮੁੜ ਕੇ ਫਿਰ ਜ਼ਰੂਰਤ ਨਹੀਂ ਕਿਸੇ ਦੀ। ਸੋ ਸਰੀਰ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ, ਕਿਉਂਕਿ ਅਸੀਂ ਸਰੀਰ ਨਹੀਂ ਹਾਂ। ਅਜੇ ਅਸੀਂ ਸਰੀਰ 'ਚੋਂ ਨਹੀਂ ਨਿਕਲ ਸਕਦੇ। ਇਸ ਲਈ ਜਦੋਂ ਸਾਡਾ ਸਰੀਰ ਦੁਖਦਾ ਹੈ, ਉਦੋਂ ਸਾਨੂੰ ਵੀ ਦੁੱਖ ਹੁੰਦਾ ਹੈ। ਜਦੋਂ ਮੰਨ ਲਓ ਮੇਰੀ ਲੱਤ 'ਤੇ ਕੋਈ ਸੱਟ ਵੱਜੀ ਹੈ, ਤਾਂ ਮੇਰਾ ਮਨ ਵੀ ਸੀ ਕਰੇਗਾ, ਹਾਏ ਹਾਏ ਕਰੇਗਾ। ਸੱਟ 'ਤੇ ਲੱਤ ਨੂੰ ਵੱਜੀ ਹੈ, ਹਾਏ ਹਾਏ ਮੈਂ ਕਰ ਰਿਹਾ ਹਾਂ, ਕਿਉਂਕਿ ਅਜੇ ਮੇਰਾ ਸਰੀਰ ਅਤੇ ਸੂਖਸ਼ਮ ਸਰੀਰ ਆਪਸ ਵਿੱਚ ਜੁੜੇ ਹੋਏ ਹਨ, ਅੱਡ ਅੱਡ ਨਹੀਂ ਹੋਏ। ਜਿੱਦੇ ਸੂਖਸ਼ਮ ਸਰੀਰ ਅਤੇ ਸਥੂਲ ਸਰੀਰ ਅੱਡ ਅੱਡ ਹੋ ਗਏ, ਉਹਦੇ ਇਸ ਸਥੂਲ ਸਰੀਰ ਨੂੰ ਤੁਸੀਂ ਜੋ ਮਰਜ਼ੀ ਵੱਢੀ ਜਾਓ, ਟੁੱਕੀ ਜਾਓ, ਤੁਹਾਨੂੰ ਕੋਈ ਦਰਦ ਨਹੀਂ ਹੋਵੇਗਾ। ਸੰਤ ਨਿਰੰਜਨ ਸਿੰਘ ਦੀ ਲੱਤ ਐਕਸੀਡੈਂਟ ਹੋ ਗਿਆ, ਦਿੱਲੀ ਲੈ ਗਏ। ਕਹਿੰਦੇ ਜੀ ਆਪਰੇਸ਼ਨ ਹੋਵੇਗਾ। ਕਹਿੰਦੇ ਕਦੋਂ ਭਾਈ? ਕਹਿੰਦੇ ਜੀ 3-4 ਘੰਟੇ ਲੱਗਣਗੇ, ਤੁਹਾਨੂੰ ਬੇਹੋਸ਼ ਕਰਨਾ ਪਏਗਾ। ਉਹ ਕਹਿੰਦੇ ਬੇਹੋਸ਼ ਕਰਨ ਦੀ ਕੋਈ ਲੋੜ ਨਹੀਂ। ਨਹੀਂ ਜੀ, ਕਹਿੰਦੇ ਦਰਦ ਹੋਏਗਾ। ਕਹਿੰਦੇ ਤੁਸੀਂ ਇਹ ਨਾ ਫਿਕਰ ਕਰੋ। ਆਪਣਾ ਜਿਹੜਾ ਸੇਵਕ ਸੀ ਉਹਨੂੰ ਸਾਰੀ ਗੱਲ ਸਮਝਾਤੀ। ਡਾਕਟਰਾਂ ਨੂੰ ਕਹਿੰਦੇ ਜੀ ਜਦ ਤੁਹਾਡੀ ਸਾਰੀ ਤਿਆਰੀ ਹੋ ਜਾਏ, ਮੈਨੂੰ ਆਪਰੇਸ਼ਨ ਥੀਏਟਰ 'ਚ ਤੁਸੀਂ ਲੈ ਜਾਵੋ, ਤਾਂ ਮੈਨੂੰ ਤੁਸੀਂ ਦੱਸਣਾ ਵੀ ਜੇ ਤੁਹਾਡਾ ਆਪਰੇਸ਼ਨ ਹੋਣਾ ਹੁਣ। ਇਹ ਜਦੋਂ ਫਿਰ ਆਹ ਮੇਰਾ ਸੇਵਕ ਹੈ, ਇਹ ਤੁਹਾਨੂੰ ਇਸ਼ਾਰਾ ਕਰੇਗਾ ਜੀ ਆਪਰੇਸ਼ਨ ਸ਼ੁਰੂ ਕਰ ਦਿਓ, ਪਰ ਤੁਸੀਂ ਕੋਈ ਮੇਰੇ ਟੀਕਾ ਨਹੀਂ ਲਾਉਣਾ, ਮੈਨੂੰ ਕੋਈ ਬੇਹੋਸ਼ ਨਹੀਂ ਕਰਨਾ, ਆਪਰੇਸ਼ਨ ਸ਼ੁਰੂ ਕਰ ਦੇਣਾ। ਜਦੋਂ ਸਾਡਾ ਸੇਵਕ, ਜਦ ਤੁਸੀਂ ਸਾਰਾ ਆਪਰੇਸ਼ਨ ਕਰ ਲਵੋਗੇ, ਇਹ ਸਾਡੇ ਸੇਵਕ ਨੂੰ ਦੱਸ ਦੇਣਾ ਵੀ ਸਾਡਾ ਕੰਮ ਨਿਬੜ ਗਿਆ ਜੀ, ਫਿਰ ਅਸੀਂ ਜਿਹੜੀ ਸਾਡਾ ਕੰਮ ਜਾਣਾ। ਸੇਵਕ ਨੂੰ ਪਤਾ ਸੀ ਵੀ ਇਹਨਾਂ ਨੂੰ ਆਪਣੇ ਸਵਾਸ ਦਸਮ ਦਰ ਚੜ੍ਹਾ ਲੈਣੇ। ਮਹਾਂਪੁਰਖ ਨੇ ਆਪਣੇ ਸਵਾਸ ਦਸਮ ਦੁਆਰ ਚੜ੍ਹਾ ਲਏ। ਸੇਵਕ ਨੇ ਇਸ਼ਾਰਾ ਕਰਤਾ, ਹਾਂਜੀ ਆਪਰੇਸ਼ਨ ਸ਼ੁਰੂ ਕਰ ਦਿਓ। 3 ਘੰਟੇ ਆਪਰੇਸ਼ਨ ਚੱਲਿਆ। ਸਾਰੇ ਜੇ ਪੱਟੀਆਂ ਪੁੱਟੀਆਂ ਹੋ ਗਈਆਂ, ਡਾਕਟਰ ਕਹਿੰਦੇ ਸਾਡਾ ਕੰਮ ਖਤਮ ਹੋ ਗਿਆ ਹੈ। ਸੇਵਕ ਨੇ ਸਿਰ ਝੱਸਿਆ, ਮਹਾਂਪੁਰਖਾਂ ਦੀ ਸੁਰਤ ਹੇਠਾਂ ਆਈ, ਉਹਨਾਂ ਅੱਖਾਂ ਖੋਲ੍ਹੀਆਂ। ਡਾਕਟਰ ਨੇ ਸਭ ਤੋਂ ਪਹਿਲਾਂ ਮਹਾਂਪੁਰਖ ਨੂੰ ਮੱਥਾ ਟੇਕਿਆ। ਕਹਿੰਦੇ ਪਹਿਲਾ ਇਨਸਾਨ ਆਇਆ ਸਾਡੇ ਕੋਲ ਜਿਸ ਨੇ ਸੀ ਤੱਕ ਨਹੀਂ ਕੀਤੀ। ਉਹ ਕਹਿੰਦੇ ਭਾਈ ਜਿਸ ਨੇ ਦੁੱਖ ਮੰਨਣਾ ਸੀ, ਉਸ ਨੂੰ ਤਾਂ ਅਸੀਂ ਆਪਣੇ ਸਿਰ 'ਚ ਲੈ ਗਏ।
ਕਹਿੰਦੇ ਸਿਰ ਦੇ ਵਿੱਚ ਦਸਮ ਦੁਆਰ ਹੁੰਦਾ ਹੈ, ਜਿੱਥੇ ਆਪਾਂ ਜੂੜਾ ਕਰਦੇ ਉਹਦੇ ਹੇਠਾਂ। ਜਿਸ ਚੀਜ਼ ਨੇ ਦੁੱਖ ਮੰਨਣਾ ਸੀ ਉਹਨੂੰ ਅਸੀਂ ਦਸਮ ਦੁਆਰ ਲੈ ਕੇ ਲੱਤ 'ਚ ਤਾਂ ਰਿਹਾ ਹੀ ਨਾ ਉਹ ਜਿਹਨੇ ਦੁੱਖ ਮੰਨਣਾ ਸੀ ਉਹ ਲੱਤ 'ਚ ਤਾਂ ਰਿਹਾ ਹੀ ਨਹੀਂ, ਉਹ ਤਾਂ ਅਸੀਂ ਲੈ ਕੇ ਉਹਨੂੰ ਦਸਮ ਦੁਆਰ। ਲੱਤ ਤਾਂ ਐਵੇਂ ਸੀ, ਫਿਰ ਤੂੰ ਜੋ ਬੜੇ ਚੀਰੀ ਜੋ ਵੱਡੀ ਜੋ ਟੁੱਕੀ, ਸਾਨੂੰ ਕੀ ਫਰਕ ਪੈਣਾ ਸੀ। ਫਿਰ ਡਾਕਟਰ ਪਤਾ ਲੱਗਾ ਇਹ ਵੀ ਕੋਈ ਚੀਜ਼ ਹੁੰਦੀ ਹੈ, ਫਿਰ ਬਦਲੇ ਇਹ ਵੀ ਚੀਜ਼ ਹੁੰਦੀ ਹੈ, ਵਿੱਚੋਂ ਵੀ ਨਿਕਲਿਆ ਜਾ ਸਕਦਾ ਹੈ। ਆਪਣੇ ਜਿਹੜਾ ਦਸਮ ਦੁਆਰ ਦੇ ਵਿਸ਼ਵਾਸ ਚੜ੍ਹਾਏ ਜਾ ਸਕਦੇ ਨੇ। ਜਦੋਂ ਪੰਚਮ ਪਾਤਸ਼ਾਹ ਨੂੰ ਤਤੀ ਤਵੀ 'ਤੇ ਬਿਠਾਇਆ, ਚੰਦੂ ਨੂੰ ਪਤਾ ਸੀ ਵੀ ਇਹ ਨਾ ਆਪਣੇ ਸਵਾਰ ਦਸਮ ਦੁਆਰ ਚੜ੍ਹਾ ਲੈਣੇ ਨੇ, ਇਹ ਤਤੀ ਤਵੀ ਨੇ ਕੁਛ ਨਹੀਂ ਕਹਿਣਾ। ਉਹਨੇ ਤਾਂ ਤਤੀ ਰੇਤ ਸਿਰ 'ਚ ਪਾਈ ਵੀ ਹੁਣ ਕਿੱਥੇ ਜਾਣਗੇ, ਵੀ ਦਸਮ ਦੁਆਰ ਚੜ੍ਹਾ ਲੈਣੇ ਸਿਰ 'ਚ ਇਹਨਾਂ ਨੇ, ਹੇਠਾਂ ਚੌਕੜੀ ਮਾਰ ਕੇ ਆ ਬੈਠੇ ਤਵੀ 'ਤੇ, ਇਹਨਾਂ ਦਾ ਸੇਕ ਲੱਗਣੀ ਨਹੀਂ। ਸਰੀਰ ਠੀਕ ਹੈ, ਸਮਾਂ ਪਾ ਕੇ ਪਿਘਲ ਜਾਣਾ ਸਰੀਰ ਤਾਂ, ਰੱਤ ਜਿਹੜਾ ਹੈ ਕਿੰਨੀ ਦੇਰ ਗਰਮੀ ਝੱਲੇਗਾ ਸਰੀਰ, ਵੀਰਨ ਤਾਂ ਦਰਦ ਕੋਈ ਨਹੀਂ ਹੋਣੀ। ਇਸ ਲਈ ਉਹਨੇ ਤਤੀ ਰੇਤ ਸਰੀਰ 'ਤੇ ਪਵਾਈ ਵੀ ਹੁਣ ਕਿੱਥੇ ਲੈ ਕੇ ਜਾਣਗੇ ਸਵਾਸ। ਉਹਨੂੰ ਵਿਚਾਰੇ ਨੇ ਪਤਾ ਹੀ ਨਹੀਂ ਸੀ ਕਿ ਵਿੱਚੋਂ ਨਿਕਲ ਸਕਦੇ ਨੇ। ਹੋ ਸਕਦਾ ਵਿੱਚੋਂ ਨਿਕਲ ਕੇ ਸਾਹਮਣੇ ਬੈਠੇ ਵੇਖ ਰਹੇ ਹੋਣਗੇ ਵੀ ਆਹ ਦੇਖ ਮੇਰੇ ਸਰੀਰ 'ਤੇ ਤਤੀ ਰੇਤਾ ਪਾ ਰਹੇ ਨੇ, ਆਹ ਜਿਹੜਾ ਮੈਂ ਅੱਗ 'ਤੇ ਬਿਠਾ ਰੱਖਿਆ, ਮੈਂ ਤਾਂ ਆ ਬੈਠਾ। ਸਰੀਰ ਦਾ ਤਾਂ ਧਰਮ ਹੈ, ਉਹਨੇ ਤਾਂ ਛੱਡਦਾ ਹੀ ਬਈ, ਸਰੀਰ ਦਾ ਤਾਂ ਧਰਮ ਹੈ, ਉਹਨੂੰ ਕਿਸੇ ਛੱਡਦੀ ਬਲਦੀ ਚੀਜ਼ 'ਤੇ ਰੱਖ ਦੋਗੇ ਤਾਂ ਆਪਣਾ ਸਾਰੀ ਚਰਬੀ ਪਿਘਲ ਜਾਏਗੀ। ਇਹ ਤਾਂ ਪਿਘਲੀ ਸ਼ੁਰੂ ਖਤਮ ਹੋ ਜਾਏ ਇਸ ਬੰਦਾ। ਸੋ ਇਸ ਲਈ ਧਰਮ ਕਹਿੰਦਾ ਸਰੀਰ ਸੜ ਗਿਆ ਪਰ ਤਾਗੇ ਆਂਚ ਨਾ ਲਾਗ, ਪਰ ਜਿਹੜੀ ਆਤਮਾ ਉਹਨੂੰ ਕੋਈ ਸੇਕ ਨਹੀਂ ਲੱਗਾ, ਕਿ ਆਤਮਾ ਦੇ ਵਿੱਚੋਂ ਨਿਕਲ ਗਈ। ਜਿਹਨੂੰ ਆਪਾਂ ਕਹਿੰਦੇ ਫਲਾਣਾ ਬੰਦਾ ਮਰ ਗਿਆ, ਉਹਦੇ ਵਿੱਚ ਇੱਕ ਸੂਖਸ਼ਮ ਸਰੀਰ ਨਿਕਲਦਾ, ਹੂ ਬਹੂ ਬਾਹਰਲੇ ਸਰੀਰ ਵਰਗਾ ਹੁੰਦਾ। ਸਪੋਜ਼ ਕਰੋ ਮੈਂ ਕਥਾ ਕਰਦਾ ਹੀ ਮਰ ਗਿਆ, ਅਗਰ ਕਿਸੇ ਦੀ ਇੱਥੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਉਹ ਵੇਖੇਗਾ ਕਿ ਵਿੱਚੋਂ ਇੱਕ ਜੈਮਲ ਸਿੰਘ ਹੋਰ ਨਿਕਲ ਗਿਆ, ਇਹੀ ਪੱਗ ਹੈ, ਇਹੀ ਕਮੀਜ਼ ਪਾਈ ਹੈ, ਇਹੀ ਪਜਾਮਾ ਪਾਇਆ, ਹੂ ਬਹੂ ਇਹੋ ਜਿਹੇ ਵਿੱਚੋਂ ਨਿਕਲਿਆ। ਪਰ ਜੇ ਤੁਸੀਂ ਉਹ ਹੱਥ ਲਾਵੇਗਾ ਮੈਨੂੰ, ਮੈਂ ਉਹਦੇ ਹੱਥ 'ਚ ਨਹੀਂ ਆਵਾਂਗਾ, ਕਿਉਂਕਿ ਮੈਂ ਸੂਖਸ਼ਮ ਹੋਵਾਂਗਾ ਉਸ ਵੇਲੇ, ਹੱਥ 'ਚ ਨਹੀਂ ਆਵਾਂਗਾ। ਹੁਣ ਦੇਖੋ ਜਿਹੜੇ ਸੰਤ ਮਹਾਤਮਾ ਸਵਰਗਵਾਸ ਹੋ ਗਏ ਨੇ, ਆਪਾਂ ਕਈ ਵਾਰ ਉਹਨਾਂ ਦਿਨ ਮਨਾਉਂਦੇ ਹਾਂ, ਉਹ ਆਉਂਦੇ ਨੇ। ਇੱਕ ਵਾਰੀ ਮੇਰੇ ਕੋਲੋਂ ਲੰਘੇ ਉਹ, ਮੈਂ ਉਹਨਾਂ ਦੇ ਚਰਨਾਂ ਦੇ ਹੱਥ ਰੱਖਿਆ ਵੀ ਹੈ, ਉਹ ਮੇਰੇ ਹੱਥ 'ਚ ਆਏ ਕੁਛ ਨਹੀਂ, ਕਿਉਂਕਿ ਉਹ ਤਾਂ ਸੂਖਸ਼ਮ ਸਨ, ਪੈਰ ਸਾਰਾ ਮੈਨੂੰ ਦਿਸ ਰਹੇ ਸਨ ਵੀ ਫਲਾਣੇ ਮਹਾਂਪੁਰਖ ਆਏ ਨੇ। ਉਹ ਕੁਦਰਤੀ ਮੇਰੇ ਕੋਲੋਂ ਲੰਘ ਰਹੇ ਸਨ ਅਤੇ ਮੈਂ ਤਜਰਬਾ ਕਰਨ ਲਈ ਕਿ ਵਾਕਈ ਜੇ ਸਥੂਲ ਹੋਇਆ ਫਿਰ ਤਾਂ ਹੱਥਾਂ ਪਤਾ ਲੱਗੂਗਾ ਨਾ ਮੈਂ ਕਿਸੇ ਚੀਜ਼ ਟੱਚ ਕੀਤਾ ਨਾ। ਆਪਾਂ ਗੁਰੂਆਂ ਦੇ ਦਿਨ ਮਨਾਉਂਦੇ ਹਾਂ, ਭਗਤਾਂ ਦੇ ਦਿਨ ਮਨਾਉਂਦੇ ਹਾਂ, ਸੰਤਾਂ ਬ੍ਰਹਮ ਗਿਆਨੀ ਦਿਨ ਮਨਾਉਂਦੇ ਹਾਂ। ਉਹ ਸੂਖਸ਼ਮ ਰੂਪ 'ਚ ਆਉਂਦੇ ਨੇ, ਜਿਹਦੇ ਦਿਵ ਦ੍ਰਿਸ਼ਟੀ ਖੁੱਲ੍ਹੇ ਸਿਰਫ ਉਹਨੂੰ ਦਿਸਦੇ ਨੇ, ਬਾਕੀ ਕਿਸੇ ਨੂੰ ਕੋਈ ਪਤਾ ਨਹੀਂ ਕੌਣ ਬੈਠਾ ਕੌਣ ਨਹੀਂ ਬੈਠਾ। ਕਿਤੇ ਸੰਤ ਵਰਿਆਮ ਸਿੰਘ ਜੀ ਕਹਿੰਦੇ ਮੇਰੀ ਨਹੀਂ ਸੀ ਦਿਵ ਦ੍ਰਿਸ਼ਟੀ ਖੁੱਲ੍ਹੀ। ਮੈਂ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਦੇ ਮੋਹਾਲੀ ਲਾ ਲਿਆ, ਆਪਣੇ ਘਰ ਦੇ ਕੋਲ ਦੀਵਾਨ, ਪਲਾਟ ਖਾਲੀ ਸਰ, ਦੀਵਾਨ ਚੱਲ ਰਿਹਾ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ। ਮੈਂ ਵੀ ਸਟੇਜ ਤੋਂ ਹੇਠਾਂ ਬੈਠਾ, ਮੇਰੇ ਪਿਛਲੇ ਪਾਸੇ ਇੱਕ ਬੀਬੀ ਬੈਠੀ ਹੈ, ਉਹਦੀ ਕਿਤੇ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਉਹ ਮੈਨੂੰ ਕਹਿੰਦੀ ਵੀ ਮਹਾਰਾਜ ਜੀ ਆਹ ਤੁਹਾਡੇ ਅੱਗੇ ਨਾ 3 ਰੂਹਾਂ ਬੜੀਆਂ ਅਜੀਬ ਬੈਠੀਆਂ ਨੇ, ਕੌਣ ਨੇ? ਮੈਂ ਕਿਹਾ ਬੀਬੀ ਮੈਨੂੰ ਤਾਂ ਕੋਈ ਨਹੀਂ ਦਿਸਦਾ। ਕਿ ਨਹੀਂ ਦੇਖੋ ਬੈਠੇ ਨੇ 3 ਬੈਠੇ ਨੇ ਤੁਹਾਡੇ ਅੱਗੇ। ਮੈਂ ਕਿਹਾ ਬੀਬੀ ਸੱਚੀ ਗੱਲ ਹੈ ਮੈਨੂੰ ਨਹੀਂ ਦਿਸ ਰਹੇ, ਜਦੋਂ ਦੀਵਾਨ ਮੁੱਕੇਗਾ ਨਾ ਫਿਰ ਆਪਾਂ ਮਹਾਂਪੁਰਖਾਂ ਨੂੰ ਪੁੱਛ ਲਾਂਗੇ। ਕਿ ਮੈਂ ਉਦੋਂ ਮੇਰੀ ਦਿਵ ਦ੍ਰਿਸ਼ਟੀ ਨਹੀਂ ਸੀ ਖੁੱਲ੍ਹੀ, ਮੈਂ ਬੜਾ ਹੈਰਾਨ ਵੀ ਇਹਨੂੰ ਦਿਸ ਰਹੇ ਨੇ ਮੈਨੂੰ ਨਹੀਂ ਦਿਸ ਰਹੇ।
ਜਦੋਂ ਦੀਵਾਨ ਮੁੱਕੇ ਮੈਂ ਉਸ ਬੀਬੀ ਨੂੰ ਮਹਾਂਪੁਰਖਾਂ ਕੋਲ ਲੈ ਗਿਆ ਵੀ ਇਹ ਐਂ ਕਹਿੰਦੀ ਸੀ। ਹਾਂ ਕਹਿੰਦੇ ਭਾਈ ਠੀਕ ਹੈ, ਇਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ। ਵਿਸ਼ਨੂੰ ਮਹਾਰਾਜ, ਸ਼ਿਵਜੀ ਮਹਾਰਾਜ ਅਤੇ ਬ੍ਰਹਮਾ ਜੀ ਇਹ ਤਿੰਨੋਂ ਬੈਠੇ ਸਨ। ਇਹ ਤਿੰਨੋਂ ਬੈਠੇ ਸਨ। ਕਿ ਜਿਹੜੇ ਮਹਾਨ ਰੂਹਾਂ ਹੁੰਦੀਆਂ, ਜਿੱਥੇ ਸਤ ਸੰਗਤ ਹੁੰਦੀ ਹੈ ਉੱਥੇ ਆ ਜਾਂਦੇ ਨੇ। ਇਹ ਉੱਥੇ ਆ ਜਾਂਦੇ ਨੇ ਸਤਸੰਗ ਸੁਣਨ। ਇਸ ਲਈ ਜਿੱਥੇ ਸਤ ਸੰਗਤ ਹੋ ਰਹੀ ਹੁੰਦੀ ਹੈ ਉੱਥੇ ਰੂਹਾਂ ਆ ਜਾਂਦੀਆਂ ਨੇ। ਉਹਨਾਂ ਦੇ ਸੂਖਸ਼ਮ ਸਰੀਰ ਹੁੰਦੇ ਨੇ, ਉਹ ਸਿਰਫ ਉਹਨਾਂ ਨੂੰ ਹੀ ਦਿਸਦੇ ਨੇ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਨੇ, ਬਾਕੀਆਂ ਨੂੰ ਨਹੀਂ ਦਿਸਦੇ। ਉਹ ਕਹਿੰਦੇ ਜਦੋਂ ਸਮਾਂ ਪਾ ਕੇ ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹੀ, ਫਿਰ ਮੈਨੂੰ ਪਤਾ ਲੱਗਾ ਵੀ ਉਹ ਸਤਸੰਗ 'ਤੇ ਪਤਾ ਨਹੀਂ ਕੌਣ ਬੈਠਾ ਹੈ। ਉਦੋਂ ਸੰਤ ਆਪਣੇ ਸੀਤਲ ਸਿੰਘ ਜਿਉਂਦੇ ਸਨ। ਇਹਨਾਂ ਨੂੰ ਪਤਾ ਲੱਗਾ ਵੀ ਮੇਰੇ ਕੋਲ ਬਹੁਤ ਪਾਠੀ ਨੇ, ਕਿ ਬਹੁਤ ਸਾਰੇ ਉਹਨੇ ਪਾਠੀ ਤਿਆਰ ਹੋ ਗਏ। ਕਹੇ ਤੂੰ 5 ਅਖੰਡ ਪਾਠ ਕਰਾ। ਮੈਂ ਜੀ ਇਕੱਠੇ ਕਰਾਉਣੇ? ਕਹਿੰਦੇ ਨਹੀਂ, ਇੱਕ ਦਾ ਭੋਗ ਪਾ ਲੈਣਾ, ਘੰਟੇ ਬਾਅਦ ਦੂਜਾ ਸ਼ੁਰੂ ਕਰ ਲੈਣਾ, ਫਿਰ ਉਹਦਾ ਭੋਗ ਪਾ ਲੈਣਾ, ਫਿਰ ਸ਼ੁਰੂ ਕਰ ਲੈ ਤੀਜਾ, ਐਂ ਕਰਨਾ। ਕਹਿੰਦੇ ਮੈਂ ਆਵਾਂਗਾ ਪਹਿਲੇ ਦਿਨ ਵੀ ਅਤੇ ਅਖੀਰਲੇ ਦਿਨ। ਇੱਕ ਦਿਨ ਮੈਂ ਪਹਿਲਾਂ ਚਲੇ ਗਿਆ ਜੀ ਵੀ ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋਣੇ ਨੇ। ਉਹ ਕਹਿੰਦੇ ਵੀ ਮੈਂ ਤਾਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਮੇਰੇ ਤੋਂ ਆ ਨਹੀਂ ਹੋਣਾ, ਸ਼ਾਇਦ ਅਖੀਰਲੇ ਵੇਲੇ ਪੰਜਵੇਂ ਅਖੰਡ ਪਾਠ ਵੇਲੇ ਮੈਂ ਥੋੜ੍ਹੇ ਠੀਕ ਹੋ ਜਾ, ਫਿਰ ਜ਼ਰੂਰ ਆਵਾਂਗਾ। ਇੱਥੇ ਸਵੇਰੇ 7:40 'ਤੇ ਅਰਦਾਸ ਸ਼ੁਰੂ ਹੋ ਗਈ ਹੈ। ਉਹ ਉੱਥੇ ਆਪਣੇ ਡੇਰੇ ਬੈਠੇ ਨੇ। ਉਹ ਜਿਹੜੇ ਕੋਲ ਸੇਵਕ ਸਨ, ਓਏ ਕਹਿੰਦੇ ਫਟਾਫਟ ਕਰੋ, ਮੈਨੂੰ ਉਠਾਓ, ਉੱਥੇ ਅਰਦਾਸ ਸ਼ੁਰੂ ਹੋ ਗਈ ਭਿੰਡਰ ਸਾਹਿਬ ਦੇ। ਕਹਿੰਦੇ ਉੱਥੇ ਅਰਦਾਸ ਸ਼ੁਰੂ ਹੋ ਗਈ ਹੈ, ਮੈਨੂੰ ਉਠਾਓ। ਉਹ 2 ਬੰਦੇ ਨੇ ਉਹਨਾਂ ਨੂੰ ਫੜ ਕੇ ਖੜਿਆ ਕਰਤੇ। ਜਿੰਨਾ ਚਿਰ ਇੱਥੇ ਅਰਦਾਸ ਹੁੰਦੇ ਰਹੇ ਉਹ ਖੜ੍ਹੇ ਰਹੇ, ਫਿਰ ਉਹ ਲੇਟ ਗਏ ਮੁੜ ਕੇ ਉੱਥੇ। ਅਤੇ 11ਵੇਂ ਦਿਨ ਆਏ ਉਹ, ਕੁਦਰਤ ਠੀਕ ਹੋ ਗਏ। ਬਾਅਦ 'ਚ ਮੈਨੂੰ ਕਹਿੰਦੇ ਭਿੰਡਰ ਸਾਹਿਬ ਇੰਨੀ ਸੰਗਤ ਨਹੀਂ ਸੀ ਬੈਠੀ ਇੱਥੇ ਜਿੰਨੀਆਂ ਰੂਹਾਂ ਬੈਠੀਆਂ ਸਨ। ਅੱਜ ਤੱਕ ਮੈਂ ਇੰਨੀਆਂ ਰੂਹਾਂ ਕਿਸੇ ਥਾਂ 'ਤੇ ਨਹੀਂ ਵੇਖੀਆਂ ਜਿੰਨੀਆਂ ਮੈਂ ਇੱਥੇ ਅੱਜ ਵੇਖੀਆਂ। ਕਹਿੰਦੇ ਇੰਨੀ ਸੰਗਤ ਨਹੀਂ ਸੀ ਜਿੰਨੀਆਂ ਰੂਹਾਂ ਬੈਠੀਆਂ ਹੋਈਆਂ ਸਨ। ਸੋ ਇਸ ਲਈ ਬੜੀ ਸ਼ਰਧਾ ਭਾਵ, ਤਾਜ਼ੇ ਪਾਠੀ ਸਨ। ਸ਼ਰਧਾ ਭਾਵਨਾ ਬਹੁਤ ਜ਼ਿਆਦਾ ਸੀ। ਸ਼ਰਧਾ ਭਾਵਨਾ ਨਾਲ ਕੀਤੇ ਹੋਏ ਪਾਠ। ਦੇਖੋ ਪਹਿਲੇ ਦਿਨ ਭੋਗ ਪਿਆ, ਉਦੋਂ ਬਾਅਦ ਕੜੀਆਂ ਪੈ ਗਈਆਂ ਨੇ, ਫਿਰ ਅਗਲੇ ਭੋਗ ਲਈ ਕੜੀਆਂ ਪਈਆਂ। ਜਿਹਦੇ 5ਵੇਂ ਦਾ ਭੋਗ ਪੈਣਾ ਸੀ ਬਸ ਉਹਦੇ ਕੜੀਆਂ ਨਹੀਂ ਪਈਆਂ, ਨਿਕਣੀ ਪੈ ਜਾਂਦੇ ਸੀ। ਅਸੀਂ ਪੋਚੇ ਫੇਰ ਕੇ ਫਿਰ ਸ਼ੁਰੂ ਕਰ ਲੈਂਦੇ ਹੁੰਦੇ ਸੀ। ਹਾਂਜੀ। ਸੋ ਇਸ ਲਈ ਜਿੱਥੇ ਵੀ ਸਤ ਸੰਗਤ ਹੋ ਰਹੀ ਹੁੰਦੀ ਹੈ, ਕਿਤੇ ਬਹੁਤ ਵਧੀਆ ਪਾਠ ਹੋ ਰਿਹਾ, ਕਿਤੇ ਵਧੀਆ ਕੀਰਤਨ ਕਥਾ ਹੋ ਰਹੀ ਹੈ, ਇਹ ਜਿਹੜੇ ਰੂਹਾਂ ਨੇ ਉੱਚੀਆਂ ਰੂਹਾਂ, ਇਹ ਆ ਜਾਂਦੇ ਸੂਖਸ਼ਮ ਸਰੀਰ ਵਿੱਚ ਹਨ। ਸੋ ਇਸ ਲਈ ਕਹਿੰਦੇ ਸਰੀਰ ਸੜ ਗਿਆ ਸਰ, ਪਰਦੇਸੀ ਕਹਿ ਘਾਗਰੇ, ਭਾਵ ਇਸ ਮਨੁੱਖ ਦੇ ਸਰੀਰ ਨੂੰ 4 ਦਿਸ ਲੱਗ ਗਈ ਆਗ, ਚਾਰੇ ਪਾਸੇ ਅੱਗ ਲੱਗ ਗਈ ਹੈ। ਖਿੰਥਾ ਜਲ ਕੋਇਲਾ ਭਈ। ਖਿੰਥਾ ਹੁੰਦੀ ਉਂਝ ਗੋਦੜੀ, ਜਿਹੜੀ ਆਪਾਂ ਜੋਗੀ ਜਾਗੀ ਲਈ ਪਾਉਂਦੇ ਨੇ ਗੋਦੜੀਆਂ, ਭਾਵੇਂ ਸਰੀਰ ਸਾਰਾ ਸੜ ਕੇ ਕੋਇਲਾ ਹੋ ਗਿਆ। ਧਾਗੇ ਆਂਚ ਨਾ ਲਾਗ, ਪਰ ਧਾਗੇ ਨੂੰ ਕੋਈ ਸੇਕ ਨਹੀਂ ਲੱਗਾ, ਆਤਮਾ ਨੂੰ ਕੋਈ ਸੇਕ ਨਹੀਂ ਲੱਗਾ, ਕਿਉਂਕਿ ਉਹਦੇ ਵਿੱਚੋਂ ਨਿਕਲ ਗਈ ਹੈ। ਕਬੀਰ ਖਿੰਥਾ ਜਲ ਕੋਇਲਾ ਭਈ, ਖਾਪਰ ਫੂਟਮ ਫੂਟ, ਜੋਗੀ ਬਪੜਾ ਖੇਲਿਓ, ਆਸਨ ਰਹੀ ਵਿਭੂਤ। ਖਿੰਥਾ ਜਿਹੜੇ ਜੋਗੀ ਉੱਤੇ ਗੋਦੜੀ ਪਾਈ, ਉਹਨਾਂ ਨੂੰ ਖਿੰਥਾ ਕਹਿੰਦੇ ਨੇ। ਮਨੁੱਖ ਮਰ ਗਿਆ ਹੈ, ਉਹਦੀ ਜਿਹੜੀ ਗੋਦੜੀ ਹੈ ਸੜ ਕੇ ਕੋਇਲੇ ਹੋ ਗਈ ਹੈ। ਜਿਹੜਾ ਜੋਗੀ ਕੋਲੇ ਖੱਪਰ ਸੀ, ਜਿਹਨੂੰ ਚਿੱਪੀ ਵੀ ਕਹਿੰਦੇ, ਜਿਵੇਂ ਕਿਸ਼ਤੀ ਹੁੰਦੀ ਹੈ ਨਾ, ਇਸ ਪ੍ਰਕਾਰ ਦੀ ਹੁੰਦੀ ਹੈ, ਉੱਤੇ ਹੈਂਡਲ ਜਿਹਾ ਲੱਗਾ ਹੁੰਦਾ ਫੜਨ ਨੂੰ, ਜਿਸ ਦੇ ਵਿੱਚ ਉਹ ਭਿੱਖਿਆ ਪਵਾਉਂਦੇ ਨੇ, ਉਹਨੂੰ ਖੱਪਰ ਵੀ ਕਹਿੰਦੇ ਨੇ, ਉਹਨੂੰ ਚਿੱਪੀ ਵੀ ਕਹਿੰਦੇ। ਫੂਟਮ ਫੂਟ, ਕਈ ਪੋਥੀਆਂ 'ਚ ਫੂਟ ਮਫੂਟ ਲਿਖਿਆ ਹੋਇਆ,
ਕਿਤੇ ਲਿਖਿਆ ਫੂਟਮ ਫੂਟ, ਅਸਲ ਸ਼ਬਦ ਹੈ ਫੂਟਮ ਫੂਟ। ਫੂਟਮ ਫੂਟ ਦਾ ਮਤਲਬ ਹੈ ਟੋਟੇ ਟੋਟੇ ਹੋ ਜਾਣਾ। ਜਿਹੜਾ ਚਿੱਪੀ ਹੈ, ਕਿਉਂਕਿ ਉਹ ਵੀ ਸੜਨੀ ਸੀ ਵਿੱਚ ਹੀ, ਉਹ ਵੀ ਟੋਟੇ ਟੋਟੇ ਹੋ ਗਏ। ਜੋਗੀ ਬਪੜਾ ਖੇਲਿਓ, ਜਿਹੜਾ ਅੰਦਰ ਜੋਗੀ ਸੀ, ਰੂਹ ਸੀ ਜਿਹੜੀ, ਉਹ ਜੀਵਨ ਰੂਪੀ ਖੇਡ ਖੇਡ ਗਈ। ਉਹ ਤੇ ਗਈ ਚਲੀ, ਆਸਨ ਰਹੀ ਵਿਭੂਤ, ਵਿਭੂਤ ਦਾ ਸਵਾ, ਅਤੇ ਉੱਥੇ ਬਾਕੀ ਕੀ ਰਹਿ ਗਿਆ? ਸਵਾ। ਸਵਾ ਇਕੱਠੀ ਕਰਕੇ ਕਈ ਵਾਰੀ ਆਪਾਂ ਪਾਣੀ ਜਲ ਪ੍ਰਵਾਹ ਕਰ ਦਿੰਦੇ ਹਾਂ। ਜਿਹੜੀਆਂ ਹੱਡੀਆਂ ਜਿਹਨੂੰ ਫੁੱਲ ਕਹਿੰਦੇ ਨੇ, ਉਹ ਧੋ ਤਾ ਕੇ ਕਈ ਵਾਰੀ ਉਹ ਵੀ ਆਪਾਂ ਜਲ ਪ੍ਰਵਾਹ ਕਰ ਦਿੰਦੇ ਹਾਂ। ਸੋ ਕਹਿੰਦੇ ਸਰੀਰ ਸੜ ਬਲ ਕੇ ਕੋਇਲਾ ਹੋ ਗਿਆ ਹੈ। ਜਿਹੜਾ ਨਾਲ ਸਮਾਨ ਸੀ ਉਹ ਵੀ ਟੁੱਟ ਫੁੱਟ ਗਿਆ, ਟੁਕੜੇ ਟੁਕੜੇ ਹੋ ਗਿਆ ਹੈ। ਪਰ ਜਿਹੜਾ ਵਿੱਚ ਆਤਮਾ ਸੀ, ਯੋਗੀ ਸੀ, ਉਹ ਤਾਂ ਵਿੱਚੋਂ ਨਿਕਲ ਗਿਆ ਹੈ, ਅਤੇ ਜਿੱਥੇ ਉਹ ਸੀ ਬੈਠਾ ਉੱਥੇ ਸੁਆਹ ਰਹਿ ਗਈ, ਭਾਵ ਸਰੀਰ ਸੁਆਹ ਹੋ ਗਿਆ ਹੈ। ਕਬੀਰ ਥੋੜ੍ਹੈ ਜਲ ਮਾਛਲੀ, ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟ ਸੈਂ, ਫਿਰ ਕਰ ਸਮੁੰਦ ਸੰਭਾਲ। ਇਹ ਮੰਮੇ ਦੇ ਪੈਰ 'ਚ ਨਾ ਟੇਢੀ ਇੱਕ ਲਾਈਨ ਲਾਈ ਹੋਈ, ਇਹ ਅੱਧੇ ਹਾਹੇ ਦਾ ਕੰਮ ਕਰਦੀ, ਸੰਭਾਲ। ਜੇ ਨਾ ਹੁੰਦੀ ਫਿਰ ਆਪਾਂ ਬੋਲਦੇ ਸੰਭਾਲ, ਹੁਣ ਬੋਲਾਂਗੇ ਸੰਭਾਲ। ਜਿਹਨੂੰ ਸੰਭਾਲਣਾ ਯਾਦ ਕਰਨਾ ਕਹਿੰਦੇ ਨੇ। ਹੁਣ ਮੱਛੀ ਕਬੀਰ ਸਾਹਿਬ ਨੇ ਦੇਖਿਆ ਥੋੜ੍ਹਾ ਜਲ, ਵੀ ਮੱਛੀ ਥੋੜ੍ਹੇ ਜਿਹੇ ਜਲ 'ਚ ਹੈ। ਝੀਵਰ ਮੇਲਿਓ ਜਾਲ, ਝੀਵਰ ਜਿਹਨੂੰ ਆਪਾਂ ਝਿਓਰ ਕਹਿੰਦੇ, ਪਾ ਮਛੇਰਾ, ਮੱਛੀਆਂ ਫੜਨ ਵਾਲੇ ਨੂੰ ਝੀਵਰ ਕਹਿੰਦੇ। ਉਹਨੇ ਆ ਕੇ ਜਾਲ ਸੁੱਟਤਾ ਪਾਣੀ 'ਚ। ਹੁਣ ਪਾਣੀ ਹੈਗਾ ਥੋੜ੍ਹਾ, ਮੱਛੀ ਨੇ ਫਸਣਾ ਹੀ ਫਸਣਾ। ਥੋੜ੍ਹੇ ਪਾਣੀ 'ਚ ਮੱਛੀ ਫੜਨੀ ਆਸਾਨ ਹੈ, ਸਰੋਵਰ ਦੇ ਵਿੱਚ ਮੱਛੀ ਫੜਨੀ ਕਈ ਵਾਰੀ ਔਖੀ ਹੈ, ਸਮੁੰਦਰ 'ਚ ਉਦੋਂ ਵੀ ਔਖੀ ਹੈ, ਪਰ ਉਹ ਪਰਾਂ ਭੱਜੇਗੀ। ਹੈ ਹੀ ਟੋਏ ਦੇ ਵਿੱਚ, ਹੁਣ ਜਾਏਗੀ ਕਿੱਥੇ? ਇਹ ਕਿੱਥੇ? ਕਬੀਰ ਥੋੜ੍ਹੈ ਜਲ ਮਾਛਲੀ, ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟ ਸੈਂ। ਹੇ ਮੱਛੀਏ, ਤੂੰ ਇਸ ਟੋਏ 'ਚੋਂ ਨਹੀਂ ਬਚ ਸਕਦੀ। ਟੋਗਨੇ ਟੋਏ ਨੂੰ ਕਹਿੰਦੇ। ਤੂੰ ਇਸ ਟੋਏ ਦੇ ਵਿੱਚ ਨਾ ਮਛੇਰੇ ਤੋਂ ਨਹੀਂ ਬਚ ਸਕਦੀ। ਕੀ ਕਰ ਫਿਰ? ਫਿਰ ਕਰ ਸਮੁੰਦਰ ਸੰਭਾਲ। ਤੂੰ ਫਿਰ ਸਮੁੰਦਰ ਯਾਦ ਕਰ, ਮੁੜ ਕੇ ਸਮੁੰਦਰ ਚਲੀ ਜਾ ਜੇ ਤੂੰ ਬਚਣਾ। ਅਤੇ ਇੱਥੇ ਸਮੁੰਦਰ ਤੋਂ ਮਤਲਬ ਪਰਮਾਤਮਾ, ਅਤੇ ਟੋਏ ਤੋਂ ਮਤਲਬ ਛੋਟਿਆਂ ਮੋਟਿਆਂ ਜਿਹੇ ਅਸੀਂ ਮੰਨਦੇ ਹਾਂ। ਛੋਟਿਆਂ ਮੋਟਿਆਂ ਨੂੰ ਮੰਨਣ ਨਾਲ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਮਛੇਰੇ ਨੇ, ਇਹਨੂੰ ਤੁਹਾਨੂੰ ਨਹੀਂ ਛੱਡਣਾ। ਤੁਸੀਂ ਕਹਿੰਦੇ ਪਰਮਾਤਮਾ ਨੂੰ ਯਾਦ ਕਰੋ, ਉਹ ਸਮੁੰਦਰ ਹੈ। ਮੱਛੀ ਸਮੁੰਦਰ 'ਚ ਤਾਂ ਬਚ ਸਕਦੀ ਹੈ ਮਛੇਰੇ ਤੋਂ, ਇਹ ਟੋਇਆਂ 'ਚ ਨਹੀਂ ਬਚ ਸਕਦੀ। ਸੋ ਜਿਹੜੀ ਰਾਖੀ ਸਾਡੀ ਕਰਨੀ, ਸਾਨੂੰ ਬਚਾਉਣਾ, ਉਹ ਪਰਮਾਤਮਾ ਨੇ ਬਚਾਉਣਾ। ਲੋਕ ਪਰਮਾਤਮਾ ਦਾ ਨਾਮ ਨਹੀਂ ਜਪਦੇ। ਮੁਸਲਮਾਨ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨੂੰ ਕਹਿੰਦੇ ਕਾਫਰ। ਇਹ ਕਾਫਰ ਹੈ। ਸਿੱਖਾਂ ਨੂੰ ਕਾਫਰ ਨਹੀਂ ਸਾਨੂੰ ਕਹਿੰਦੇ, ਕਹਿੰਦੇ ਤਾਂ ਇਹ ਤਾਂ ਪਰਮਾਤਮਾ ਦਾ ਨਾਮ ਜਪਦੇ ਨੇ। ਹਿੰਦੂਆਂ ਨੂੰ ਕਾਫਰ ਕਹਿੰਦੇ ਸਨ, ਇਹ ਕਾਫਰ ਨੇ ਵੀ ਪਰਮਾਤਮਾ ਨਾਮ ਨਹੀਂ ਜਪਦੇ, ਇਹ ਦੇਵੀ ਦੇਵਤਿਆਂ ਨੂੰ ਪੂਜੀ ਜਾਂਦੇ ਨੇ। ਇਹ ਦੇਵੀ ਦੇ ਇਸ ਲਈ ਮੂਰਤੀਆਂ ਤੋੜ ਦਿਆ ਕਰਦੇ ਇਹਨਾਂ ਦੀਆਂ, ਹੋਰ ਕੋਈ ਗੱਲ ਨਹੀਂ। ਸਹਿਣ ਸ਼ਕਤੀ ਦੀ ਕਮੀ ਸੀ। ਜਿਵੇਂ ਹੁਣ ਹਿੰਦੁਸਤਾਨ ਸਹਿਣ ਸ਼ਕਤੀ ਘੱਟ ਰਹੀ ਹੈ ਲੋਕਾਂ 'ਚ, ਇੱਕ ਦੂਜੇ ਵੇਖ ਕੇ ਰਾਜੀ ਨਹੀਂ ਹੈਗੇ। ਮੈਂ ਦੇਖਿਆ ਲੋਕ ਨਹੀਂ ਮਾੜੇ ਹੁੰਦੇ, ਇਹ ਪੋਲੀਟੀਕਲ ਬੰਦੇ ਹੀ ਮਾੜੇ ਹੁੰਦੇ ਨੇ। ਇਹੀ ਸਾਰੀਆਂ ਲੜਾਈਆਂ ਝਗੜਿਆਂ ਦੀ ਜੜ ਹੁੰਦੇ ਨੇ। ਇਹੀ ਕੌਮਾਂ 'ਚ ਫੁੱਟ ਪਾਉਂਦੇ ਨੇ ਆਪਣੀਆਂ ਵੋਟਾਂ ਲਈ। ਲੋਕ ਨਹੀਂ ਲੜ ਕੇ ਰਾਜੀ ਹੁੰਦੇ। 84 ਦੇ ਜਦੋਂ ਹੋਏ ਸਿੱਖਾਂ ਦਾ ਕਤਲੇਆਮ ਹੋਇਆ, ਇਹਨਾਂ ਪੋਲੀਟੀਕਲ ਬੰਦੇ ਨੇ ਕਰਾਇਆ। ਮੁੜ ਕੇ ਨਹੀਂ ਕਿਸੇ ਨੇ, ਮੁੜ ਕੇ ਸਿੱਖਾਂ ਨੂੰ ਕਿਸੇ ਨੇ ਨਹੀਂ ਮਾਰਿਆ। ਮੁੜ ਕੇ ਨਹੀਂ ਮਾਰਿਆ ਇੰਨੇ ਸਾਲ, ਇਹਨਾਂ ਨੇ ਮਰਵਾਏ ਚੱਕੇ ਲੋਕਾਂ ਨੂੰ।
ਇਹੀ ਫੁੱਟ ਪਾਉਂਦੇ ਨੇ। ਮੁਸਲਮਾਨਾਂ ਦੇ ਵਿਰੁੱਧ ਕਿੰਨਾ ਪ੍ਰਚਾਰ ਕੀਤਾ ਗਿਆ ਇਲੈਕਸ਼ਨਾਂ 'ਚ, ਹਾਂਜੀ ਇਹਨੂੰ ਮਾਰੋ, ਗੋਲੀ ਮਾਰਨ, ਇਹਨੂੰ ਹਿੰਦੁਸਤਾਨ 'ਚ ਕੱਢ ਦਿਓ, ਫਲਾਣੇ ਇਹ ਹੈ ਉਹ, ਨਫ਼ਰਤ ਫੈਲਾਉਂਦੇ ਰਹਿੰਦੇ ਨੇ। ਲੈ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਲੋਕ ਲੜ ਕੇ ਰਾਜੀ ਨਹੀਂ, ਇਹ ਸਰਕਾਰਾਂ ਹੀ ਲੜਦੀਆਂ, ਅਸੀਂ ਲੜ ਕੇ ਕੀ ਲੈਣਾ ਉਹਨਾਂ ਨਾਲ। ਲੈ ਵਿੱਚ ਹੱਦ ਖੋਲ੍ਹ ਦੇਣ ਵੀ ਹਾਂ ਤੁਸੀਂ ਆ ਜਾ ਸਕਦੇ ਹੋ, ਲੈ ਆਉਣ ਜਾਣ ਲੱਗ ਜਾਣ ਲੋਕ। ਮੈਂ ਕਹਿੰਦਾ ਗੁਰੂ ਨਾਨਕ ਦੇਵ ਕਿੰਨਾ ਵਧੀਆ ਸਮਾਂ ਸੀ, ਹੈ ਕੋਈ ਪਾਸਪੋਰਟ ਨਹੀਂ, ਕੋਈ ਜਿੱਥੇ ਮਰਜ਼ੀ ਫਿਰੀ ਕਿਸੇ ਦੇਸ਼ 'ਚ, ਉਦੋਂ ਵੀ ਤਾਂ ਸੀ। ਹੁਣੇ ਕੋਈ ਦੇਸ਼ਾਂ ਨੂੰ ਤਕਲੀਫ ਹੋ ਗਈ ਹੈ। ਅੱਜ ਤੋਂ 500 ਸਾਲ ਪਹਿਲਾਂ ਜਾਂ ਜਦੋਂ ਅੰਗਰੇਜ਼ਾਂ ਦਾ ਸਾਡੇ ਰਾਜ ਸੀ, ਅਸੀਂ ਕਿਸੇ ਵੀ ਅੰਗਰੇਜ਼ ਦੇ ਦੇਸ਼ 'ਚ ਜਾ ਸਕਦੇ ਸੀ। 212 ਦੇਸ਼ ਨੇ ਸੰਸਾਰ ਦੇ, 145 ਦੇਸ਼ਾਂ 'ਚ ਅੰਗਰੇਜ਼ਾਂ ਦਾ ਰਾਜ ਸੀ। ਤਾਂ ਹੀ ਕਹਿੰਦੇ ਅੰਗਰੇਜ਼ਾਂ ਦੇ ਰਾਜ ਕਦੇ ਸੂਰਜ ਡੁੱਬੇ ਹੀ ਨਹੀਂ ਸੀ, ਕਿ ਉਹ ਹਿੰਦੁਸਤਾਨ 'ਚ ਵੀ ਰਾਜ ਸੀ ਅਤੇ ਉੱਧਰ ਅਮਰੀਕਾ ਵੱਲ ਵੀ ਰਾਜ ਸੀ। ਇੱਧਰੋਂ ਸੂਰਜ ਡੁੱਬਦਾ ਸੀ ਅਤੇ ਉਧਰ ਚੜ੍ਹ ਜਾਂਦਾ ਸੀ। ਤਾਂ ਕਹਿੰਦੇ ਅੰਗਰੇਜ਼ਾਂ ਦੇ ਰਾਜ 'ਚ ਕਦੇ ਸੂਰਜ ਡੁੱਬੇ ਹੀ ਨਹੀਂ, ਇੰਨੇ ਦੇਸ਼ਾਂ 'ਤੇ ਉਹਨਾਂ ਦਾ ਰਾਜ ਹੁੰਦਾ ਸੀ। ਇਸ ਲਈ ਜਿੱਥੇ ਮਰਜ਼ੀ ਫਿਰੀ ਜਾਓ, ਕਿਸੇ ਪਾਸਪੋਰਟ ਦੀ ਲੋੜ ਨਹੀਂ, ਕਿਸੇ ਵੀਜ਼ੇ ਦੀ ਲੋੜ ਨਹੀਂ। ਕਿੰਨਾ ਵਧੀਆ ਸੀ। ਕੁਝ ਕੁ ਸਾਲਾਂ ਤੋਂ ਇੰਨਾ ਹੋ ਗਿਆ ਹੈ ਕਿ ਬਸ ਤੁਸੀਂ ਅਗਲੇ ਦੀ ਜਿਹੜੀ ਲਾਈਨ ਹੈ, ਜਿਹੜੀ ਵੰਡੀ ਹੋਈ ਵੀ ਆਹ ਵੰਡਦੀ ਹੈ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ, ਉਹ ਲਾਈਨ 'ਤੇ 1 ਫੁੱਟ ਪਰਾਂ ਗਏ ਨਹੀਂ ਅਤੇ ਤੁਹਾਨੂੰ ਫੜਿਆ ਨਹੀਂ ਉਹਨਾਂ ਨੇ। ਲੋਕ ਨਹੀਂ ਲੜਦੇ, ਇਹ ਸਰਕਾਰਾਂ ਹੀ ਆਪੇ ਲੜਦੀਆਂ ਲੜਾਉਂਦੀਆਂ ਰਹਿੰਦੀਆਂ, ਹੁੰਦਾ ਤਾਂ ਭਲੀ ਕਰੇ। ਸੋ ਕਬੀਰ ਸਾਹਿਬ ਸਮਝਾ ਰਹੇ ਨੇ, ਹੇ ਮੱਛੀਏ ਇਹ ਟੋਏ 'ਚੋਂ ਤੂੰ ਨਹੀਂ ਬਚਣਾ, ਇੱਥੇ ਛੇਤੀ ਤੈਨੂੰ ਮਛੇਰੇ ਨੇ ਫੜ ਲੈਣਾ, ਤੂੰ ਨਾ ਸਮੁੰਦਰ 'ਚ ਚਲੀ ਜਾ। ਇਸ ਲਈ ਸਿੱਖ ਨੂੰ ਕਬੀਰ ਸਾਹਿਬ ਸਭ ਨੂੰ ਸਮਝਾ ਰਹੇ ਨੇ ਕਿ ਤੁਸੀਂ ਛੋਟੇ ਮੋਟੇ ਨੂੰ ਮੰਨਣਾ ਬੰਦ ਕਰੋ, ਤੁਸੀਂ ਪਰਮਾਤਮਾ ਦੀ ਪੂਜਾ ਕਰੋ, ਉਹਦਾ ਨਾਮ ਜਪੋ ਜਿਹੜਾ ਸਭ ਤੋਂ ਵੱਡਾ ਹੈ। ਜਿਵੇਂ ਸਾਰੇ ਪਾਣੀ ਨਾਲੋਂ ਸਮੁੰਦਰ ਦਾ ਪਾਣੀ ਵੱਡਾ ਹੁੰਦਾ ਨਾ, ਛੱਪੜਾਂ ਨਾਲੋਂ, ਸਰੋਵਰਾਂ ਨਾਲੋਂ, ਨਦੀਆਂ ਨਾਲੋਂ, ਤਲਾਬਾਂ ਨਾਲੋਂ ਸਭ ਤੋਂ ਵੱਡਾ ਸਮੁੰਦਰ ਹੈ। ਪਰਮਾਤਮਾ ਸਭ ਤੋਂ ਵੱਡਾ ਹੈ। ਇਸੇ ਸਾਡੇ ਭਗਤਾਂ ਨੇ, ਸਾਡੇ ਗੁਰੂਆਂ ਨੇ ਕਿਹਾ ਛੋਟੇ ਮੋਟੇ ਦਾ ਨਾਮ ਨਹੀਂ ਜਪਣਾ, ਨਾਮ ਜਪਣਾ ਪਰਮਾਤਮਾ ਦਾ ਜਪਣਾ, ਜਿਹੜਾ ਸਭ ਤੋਂ ਵੱਡੀ ਸ਼ਕਤੀ ਹੈ ਉਹਦਾ ਨਾਮ ਜਪਣਾ। ਉਹਨੂੰ ਇੱਥੇ ਬਾਣੀ ਲਿਆ ਸਮੁੰਦਰ, ਹੇ ਮੱਛੀ ਤੂੰ ਸਮੁੰਦਰ ਨੂੰ ਸੰਭਾਲ ਜਾ, ਉੱਥੇ ਯਾਦ ਕਰ, ਤੂੰ ਸਮੁੰਦਰ 'ਚ ਚਲੀ ਜਾ, ਇਹ ਟੋਇਆਂ 'ਚ ਤੇਰਾ ਬਚਾਅ ਨਹੀਂ ਹੋਣਾ ਗਾ, ਛੋਟੇ ਮੋਟੇ ਨੇ ਤੈਨੂੰ ਨਹੀਂ ਬਚਾ ਸਕਣਾ। ਅੱਗੇ ਕਹਿੰਦੇ ਕਬੀਰ ਸਮੁੰਦ ਨਾ ਛੋਡੀਏ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿ ਹੈ ਕੋਈ। ਹੁਣ ਇਹ ਤਾਂ ਸਾਰਿਆਂ ਨੂੰ ਪਤਾ ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਉਹ ਪੀ ਨਹੀਂ ਹੁੰਦਾ। ਸਮੁੰਦਰ ਦਾ ਪਾਣੀ ਪੀਣ ਯੋਗ ਨਹੀਂ ਹੈ, ਨਮਕ ਕੁਛ ਬਹੁਤ ਹੁੰਦਾ ਹੈ, ਉਹ ਜ਼ਿਆਦਾ ਨਮਕੀਨ ਹੋਣ ਕਰਕੇ ਅਸੀਂ ਉਸ ਨੂੰ ਪੀ ਨਹੀਂ ਸਕਦੇ, ਖਾਰਾ ਨਾ। ਤਾਂ ਹੀ ਸਮੁੰਦਰ 'ਚ ਦੇ ਪਾਣੀ ਤੋਂ ਆਪਾਂ ਨਮਕ ਤਿਆਰ ਕਰਦੇ। ਸਾਡੇ ਕੋਲ ਤਾਂ ਨਮਕ ਦੂਜਾ ਹੈ ਹੀ ਨਹੀਂ। ਜਿਹੜਾ ਡਲੀਆਂ ਡੋਲੀਆਂ ਵਾਲਾ ਨਮਕ ਹੈ ਇਹ ਤਾਂ ਪਾਕਿਸਤਾਨ ਤੁਸੀਂ ਮੰਗਾਉਂਦੇ, ਉੱਥੇ ਖਣਿਜ ਪਦਾਰਥ ਹੈ, ਹੇਠੋਂ ਲੂਣ ਨਿਕਲਦਾ ਹੈ, ਜੇ ਉਹਨੂੰ ਪਾਕਿਸਤਾਨੀ ਲੂਣ ਕਹਿੰਦੇ ਨੇ। ਆਪਣਾ ਤਾਂ ਪੀਸਿਆ ਹੁੰਦਾ, ਉਹ ਡਲੀਆਂ ਵਾਲਾ ਹੁੰਦਾ, ਉਹ ਡਲੀਆਂ ਵਾਲਾ ਹੁੰਦਾ ਅਤੇ ਥੋੜ੍ਹਾ ਜਿਹਾ ਭੂਰੇ ਜਿਹੇ ਰੰਗ ਦਾ ਤੁਹਾਨੂੰ ਵਿਖਾਈ ਦੇਵੇਗਾ ਲੂਣ। ਆਪਣੇ ਤਾਂ ਸਾਰੇ ਸਮੁੰਦਰ ਦੇ ਪਾਣੀ ਤੋਂ ਲੂਣ ਤਿਆਰ ਹੁੰਦਾ। ਸੋ ਕਹਿੰਦੇ ਸਮੁੰਦਰ ਦਾ ਪਾਣੀ ਭਾਵੇਂ ਕਿੰਨੇ ਹੀ ਖਾਰਾ ਕਿਉਂ ਨਾ ਹੋਵੇ, ਸਮੁੰਦਰ ਨੂੰ ਨਹੀਂ ਛੱਡਣਾ। ਪੋਖਰ ਪੋਖਰ ਢੂੰਡਦੇ, ਪੋਖਰ ਹੁੰਦਾ ਛੱਪੜ, ਜਿਹੜਾ ਛੱਪੜਾਂ ਨੂੰ ਢੂੰਡਦਾ ਫਿਰਦਾ ਹੈ, ਭਲੋ ਨਾ ਕਹਿ ਕੋਈ, ਉਹਨੂੰ ਕੋਈ ਚੰਗਾ ਨਹੀਂ ਕਹੇਗਾ ਵੀ ਤੂੰ ਰੱਬ ਨੂੰ ਛੱਡ ਕੇ ਆ ਛੋਟੇ ਮੋਟਿਆਂ ਦੇ ਮਗਰ ਲੱਗਾ ਪੂਜਾ ਕਰੀ ਜਾਂਦਾ ਤੂੰ। ਕਹਿੰਦੇ ਸਮੁੰਦਰ ਭਾਵੇਂ ਕਿੰਨਾ ਹੀ ਖਾਰਾ ਹੈ, ਮੱਛੀਆਂ ਉਸੇ 'ਚ ਰਹਿੰਦੀਆਂ ਨਾ, ਕਿਉਂਕਿ ਜਿਸ ਚੀਜ਼ ਵਿੱਚ ਕੋਈ ਪੈਦਾ ਹੋਇਆ ਉਹਨੂੰ ਉਹਦੇ ਅਨੁਸਾਰ ਜਿਹੜਾ ਰਹਿਣ ਦੀ ਆਦਤ ਪੈ ਜਾਂਦੀ ਹੈ। ਜਿਉਂ ਕੋਈ ਸਮਾਂ ਸੀ ਅੱਗ ਦੀ ਕਾਢ ਨਹੀਂ ਸੀ, ਲੋਕ ਕੱਚਾ ਮੀਟ ਹੀ ਖਾਂਦੇ ਸੀ। ਹੁਣ ਹੈ ਨਾ ਅਜੀਬ ਲੱਗਦਾ ਵੀ ਕੱਚਾ ਮਾਸ ਖਾਂਦੇ ਸੀ,
ਕਿਵੇਂ ਖਾਂਦੇ ਹੋਣਗੇ, ਕਿਵੇਂ ਖਾਂਦੇ ਹੋਣਗੇ? ਨਾ ਕੋਈ ਲੂਣ ਨਾ ਕੋਈ ਮਿਰਚ। ਉਦੋਂ ਖੇਤੀ ਨਹੀਂ ਸੀ, ਉਦੋਂ ਖੇਤੀ ਹੀ ਨਹੀਂ ਸੀ, ਮਿਰਚਾਂ ਕਿੱਥੋਂ ਹੋਣੀਆਂ ਸਨ ਅਤੇ ਨਮਕ ਕਿੱਥੋਂ ਹੋਣਾ ਸੀ? ਇਸ ਲਈ ਕੱਚਾ ਮਾਸ ਖਾਂਦੇ ਸਨ, ਕਿਉਂਕਿ ਹੋਰ ਕੋਈ ਖਾਣ ਨੂੰ ਹੈ ਹੀ ਨਹੀਂ ਸੀ। ਫਲ ਇੰਨੇ ਨਹੀਂ ਸਨ ਕਿ ਜਿਹੜੇ ਸਾਰੇ ਫਲ ਫਰੂਟ ਖਾ ਸਕਣ। ਇਸ ਲਈ ਲੋਕ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ, ਉਹਨਾਂ ਨੂੰ ਮਾਰ ਮਾਰ ਕੇ ਖਾਂਦੇ ਸਨ। ਕਹਿੰਦੇ ਸਮੁੰਦਰ ਭਾਵੇਂ ਕਿੰਨਾ ਵੀ ਖਾਰਾ ਹੋਵੇ, ਕਹਿੰਦੇ ਉਹਨੂੰ ਨਹੀਂ ਛੱਡਣਾ। ਇਹ ਛੱਪੜਾਂ 'ਚ ਕੀ ਢੂੰਡਦੇ ਫਿਰਦੇ ਹੋ? ਛੱਪੜਾਂ 'ਚ ਢੂੰਡੋਗੇ ਤੁਹਾਨੂੰ ਕਹਿੰਦੇ ਲੋਕਾਂ ਨੇ ਚੰਗਾ ਨਹੀਂ ਕਹਿਣਾ। ਸਮੁੰਦਰ, ਮੋਤੀ ਸਮੁੰਦਰ 'ਚ ਹੁੰਦੇ ਨੇ, ਛੱਪੜਾਂ 'ਚ ਨਹੀਂ ਹੁੰਦੇ। ਮੋਤੀ ਸਮੁੰਦਰਾਂ 'ਚ ਹੁੰਦੇ ਨੇ, ਛੱਪੜਾਂ 'ਚ ਨਹੀਂ ਹੁੰਦੇ। ਭਾਵ ਜੇ ਪੂਜਣਾ ਹੈ ਤਾਂ ਪਰਮਾਤਮਾ ਰੂਪੀ ਸਮੁੰਦਰ ਨੂੰ ਪੂਜੋ। ਇਹ ਛੱਪੜਾਂ ਜਿਹੜੇ ਛੋਟੇ ਮੋਟੇ ਨੇ ਉਹਨਾਂ ਦੀ ਕਹਿੰਦੇ ਪੂਜਾ ਕਰਦਾ ਕਿਆ ਫਾਇਦਾ ਹੈ? ਉਹਨਾਂ ਦੀ ਪੂਜਾ ਨਹੀਂ ਕਰਨੀ, ਪਰਮਾਤਮਾ ਦੀ ਕਰਨੀ। ਅੱਗੇ ਕਹਿੰਦੇ ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਨੇ ਗੁਸਾਏ, ਜਿਹਨਾਂ ਦਾ ਕੋਈ ਮਾਲਕ ਹੀ ਨਹੀਂ ਹੈ, ਜੋ ਨਿਗੁਰੇ ਹਨ। ਬਹਿ ਗਏ, ਬਹਿ ਹੁੰਦਾ ਰੁੜ ਜਾਣਾ, ਹਿੰਦੀ ਕਹਿੰਦੇ ਬਹਿ ਗਏ, ਰੁੜ ਗਏ। ਜਿਹੜੇ ਨਿਗੁਰੇ ਸਨ ਕਹਿੰਦੇ ਰੁੜ ਗਏ। ਕਾਹਦੇ 'ਚ? ਪਾਣੀ 'ਚ ਨਹੀਂ, ਕਿਤੇ ਕਹੋ ਪਾਣੀ 'ਚ ਰੁੜ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਬੁਰਾਈਆਂ ਨੇ ਇਹਨਾਂ 'ਚ ਰੁੜ ਗਏ। ਉਹ ਭਾਵ ਬੁਰਾਈਆਂ 'ਚ ਫਸ ਗਏ, ਕਿਉਂਕਿ ਨਿਗੁਰੇ ਸਨ, ਆਪਣੀ ਮਰਜ਼ੀ ਕੀਤੀ। ਜਿਹੜਾ ਗੁਰੂ ਵਾਲਾ ਉਹ ਤਾਂ ਗੁਰੂ ਦੇ ਆਖੇ ਲੱਗਦਾ ਹੈ। ਨਿਰਾ ਗੁਰੂ ਵਾਲਾ ਹੋ ਜਾਣ ਨਾਲ ਵੀ ਗੱਲ ਨਹੀਂ ਬਣਦੀ, ਜਿੰਨਾ ਚਿਰ ਅਸੀਂ ਗੁਰੂ ਦੇ ਆਖੇ ਨਹੀਂ ਲੱਗਦੇ। ਇੱਕ ਬੰਦਾ ਅੰਮ੍ਰਿਤਧਾਰੀ ਹੈ, ਖਜ਼ਾਨੇ 'ਚ ਲੱਗਿਆ ਹੋਇਆ। ਸਾਡਾ ਇੱਕ ਟੀਚਰ ਚਲੇ ਗਏ, ਉਹ ਹਿੰਦੂ ਜੈਂਟਲਮੈਨ ਸੀ। ਅਸੀਂ 2-3 ਟੀਚਰ ਸਕੂਲ 'ਚ ਅੰਮ੍ਰਿਤਧਾਰੀ ਸੀ। ਅੰਮ੍ਰਿਤਧਾਰੀਆਂ ਬਾਰੇ ਦਾ ਅੱਛਾ ਇੰਪਰੈਸ਼ਨ ਸੀ ਵੀ ਇਹ ਇਮਾਨਦਾਰ ਲੋਕ ਹੁੰਦੇ ਨੇ। ਉਹ ਤਾਂ ਖਜ਼ਾਨੇ 'ਚ ਕੋਈ ਏਰੀਅਰ ਸੀ ਉਹਦਾ ਰਹਿੰਦਾ, ਉਹ ਕਢਾਉਣ ਚਲੇ ਗਏ। ਅੱਗੇ ਜਿਹੜਾ ਕਲਰਕ ਸੀ ਉਹ ਵੀ ਅੰਮ੍ਰਿਤਧਾਰੀ। ਉਹ ਸਾਡਾ ਹਿੰਦੂ ਟੀਚਰ ਬੜਾ ਖੁਸ਼ ਹੋਇਆ ਵੀ ਚਲੋ ਅੰਮ੍ਰਿਤਧਾਰੀ ਹੈ, ਮੇਰਾ ਕੰਮ ਹੋ ਜਾਊਗਾ। ਕਹਿੰਦੇ ਮੇਰਾ ਕੰਮ ਕਰ ਦਿਓ। ਕਹਿੰਦਾ 50 ਰੁਪਈਏ ਲਿਆ। ਇਹ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਹੈ। ਉਹ ਬੜਾ ਹੈਰਾਨ ਹੋਇਆ, ਕਹੀ ਤੁਸੀਂ ਤਾਂ ਅੰਮ੍ਰਿਤ ਛਕਿਆ, ਤੁਸੀਂ ਵੀ ਰਿਸ਼ਵਤ ਮੰਗਦੇ ਹੋ? ਕਹਿੰਦਾ ਸੁਣ, ਮੈਂ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਲਈ ਛਕਿਆ, ਤੇਰੇ ਲਈ ਨਹੀਂ ਛਕਿਆ। ਕੰਮ ਕਰਾਉਣੇ ਲਿਆ 50 ਰੁਪਈਏ। 50 ਰੁਪਈਏ ਦਿੱਤੇ, ਕੰਮ ਹੋ ਗਿਆ। ਅਤੇ ਮੈਨੂੰ ਆ ਕੇ ਕਹਿੰਦਾ ਜੈਮਲ ਸਿੰਘ ਜੀ, ਇਹ ਜਿਹੜੇ ਅੰਮ੍ਰਿਤਧਾਰੀ ਨੇ ਇਹ ਵੀ ਰਿਸ਼ਵਤ ਲੈਂਦੇ ਨੇ? ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਆਹ ਗੱਲ ਹੋਈ। ਹੁਣ ਮੈਂ ਦੱਸ ਕੀ ਕਹਾਂ, ਕੀ ਕਹਾਂ? ਕਿੰਨਾ ਉਹਨੂੰ ਅਜੀਬ ਲੱਗਾ। ਸਾਰਾ ਇੰਪਰੈਸ਼ਨ ਖਤਮ ਹੋ ਗਿਆ ਅਗਲੇ ਦਾ। ਇੱਕ ਇੰਪਰੈਸ਼ਨ ਸੀ ਵੀ ਅੰਮ੍ਰਿਤਧਾਰੀ ਇਮਾਨਦਾਰ ਹੁੰਦੇ ਨੇ। ਕਹਿੰਦੇ ਮੈਨੂੰ ਵੇਖਿਆ ਵੀ ਤਾਂ ਉੱਤੋਂ ਦੀ ਕਿਰਪਾਨ ਪਾ ਕੇ ਅੰਮ੍ਰਿਤਧਾਰੀ ਹੈ, ਵੀ ਮੇਰਾ ਕੰਮ ਹੋ ਜਾਏਗਾ। ਕਹਿੰਦਾ ਉਹ ਤਾਂ ਕਹਿੰਦਾ 50 ਰੁਪਈਏ ਲਿਆ। ਮੈਂ ਭਾਈ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ। ਠੀਕ ਹੈ, ਅੰਮ੍ਰਿਤ ਉਹਨੇ ਛਕ ਲਿਆ ਪਰ ਬੁਰਾਈ ਨਹੀਂ ਛੱਡੀ। ਅਤੇ ਕਈ ਵਾਰੀ ਮੈਨੂੰ ਇੱਥੇ ਮਿਲਦਾ ਹੁੰਦਾ ਸੀ ਫਿਰ ਬਾਅਦ 'ਚ, ਕਿਉਂਕਿ ਸਾਨੂੰ ਵੀ ਉਹੀ ਖਜ਼ਾਨਾ ਲੱਗਦਾ ਸੀ ਇੱਥੇ। ਫਿਰ ਜਦ ਵਕਤ ਨੂੰ ਫੜਿਆ ਗਿਆ ਫਿਰ ਅਰਦਾਸਾਂ ਕਰਾਉਣਾ ਹੁੰਦਾ ਸੀ। ਫਿਰ ਇੱਕ ਦਿਨ ਕਹਿੰਦਾ ਬਾਬਾ ਜੀ ਮੈਂ ਜਿੰਨੇ ਸਾਲ ਨੌਕਰੀ ਕੀਤੀ ਕਿਸੇ ਦਾ ਮੁਫਤ ਕੰਮ ਨਹੀਂ ਕੀਤਾ, ਸਭ ਤੋਂ ਰਿਸ਼ਵਤ ਲੈ ਕੇ ਕੰਮ ਕੀਤਾ। ਇਹ ਰਿਕਾਰਡ ਹੈ ਕਹਿੰਦਾ ਮੇਰਾ, ਰਿਕਾਰਡ ਹੈ ਕਹਿੰਦਾ ਮੇਰਾ। ਮੈਂ ਕਿਸੇ ਦਾ ਸਾਰੀ ਸਰਵਿਸ 'ਚ ਮੁਫਤ ਕੰਮ ਨਹੀਂ ਕੀਤਾ। ਇਹ ਹਾਲ ਹੈ। ਚਲੋ ਦਾਤਾ ਭਲਾ ਹੀ ਕਰੇ। ਕਬੀਰ ਨੇ ਗੁਸਾਏ ਬਹਿ ਗਏ, ਜਿਹੜੇ ਨਿਗੋਰੇ ਸਨ ਉਹ ਇਹਨਾਂ ਬੁਰਾਈਆਂ 'ਚ ਰੁੜ ਗਏ। ਥਾਂਗੀ ਨਾ ਹੀ ਕੋਈ, ਥਾਂਗੀ ਹੁੰਦਾ ਥੰਮਣ ਵਾਲਾ, ਬਚਾਉਣ ਵਾਲਾ। ਉਹਨਾਂ ਨੂੰ ਬਚਾਉਣ ਵਾਲਾ ਹੀ ਕੋਈ ਨਹੀਂ ਸੀ, ਕਿਉਂਕਿ ਜੇ ਗੁਰੂ ਹੁੰਦਾ ਫਿਰ ਤਾਂ ਬਚਾਉਂਦਾ।
ਗੁਰੂ ਹੁੰਦਾ ਤਾਂ ਸਿੱਖ ਦੀ ਔਖੇ ਵੇਲੇ ਮਦਦ ਕਰਦਾ। ਗੁਰੂ ਵੀ ਤਾਂ ਮਦਦ ਕਰਦਾ ਜੇ ਸਿੱਖ ਸਹੀ ਹੋਵੇ। ਜੇ ਸਿੱਖ ਹੀ ਸਹੀ ਨਹੀਂ ਤਾਂ ਫਿਰ ਗੁਰੂ ਮਹਾਰਾਜ ਵੀ ਮਦਦ ਨਹੀਂ ਕਰਦੇ। ਵੀ ਤੂੰ ਸਾਡੀ ਗੱਲ ਤੇ ਮੰਨਦਾ ਨਹੀਂ, ਤੂੰ ਕਦੋਂ ਸਿੱਖ ਹੈ? ਤੂੰ ਕਦੋਂ ਸਿੱਖ ਹੈ? ਸਿੱਖ ਹੋਵੇ ਸਹੀ, ਫਿਰ ਗੁਰੂ ਮਹਾਰਾਜ ਹਰ ਹਾਲਤ ਦੀ ਸਹਾਇਤਾ ਕਰਦੇ ਨੇ। ਸੋ ਇਸ ਲਈ ਜਿਹੜੇ ਨੇਕ ਗੁਸਾਏ ਸਨ, ਨਿਗੁਰੇ ਸਨ, ਉਹ ਵਿਸ਼ੇ ਵਿਕਾਰਾਂ ਦੇ ਪਾਣੀ 'ਚ ਰੁੜ ਗਏ। ਉਹਨਾਂ ਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਸੀ। ਦੀਨ ਗਰੀਬੀ ਆਪਣੀ, ਕਹਿੰਦੇ ਮੈਂ ਚਾਹੇ ਨਿਮਾਣਾ ਹਾਂ, ਕਬੀਰ ਸਾਹਿਬ ਕਹਿੰਦੇ ਚਾਹੇ ਮੈਂ ਗਰੀਬ ਹਾਂ, ਕਰਤੇ ਮੈਂ ਤੇ ਪਰਮਾਤਮਾ ਦਾ ਨਾਮ ਜਪਦਾ ਰਹਿਣਾ, ਹੋਏ ਸੋ ਹੋਏ, ਬਾਕੀ ਜੋ ਹੋਣਾ ਹੋਈ ਜਾਏ, ਜੋ ਹੋਣਾ ਹੋਈ ਜਾਏ, ਮੈਂ ਤੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਹੈ। ਕਿਉਂ? ਉਹ ਗੁਰੂ ਵਾਲੇ ਸਨ। ਗੁਰੂ ਵਾਲਾ ਸਾਰਾ ਕੁਝ ਗੁਰੂ 'ਤੇ ਸੁੱਟ ਦਿੰਦਾ, ਬਸ ਉਹ ਨਾਮ ਜਪਦਾ ਰਹਿੰਦਾ, ਬਾਕੀ ਸਾਰੀ ਜ਼ਿੰਮੇਵਾਰੀ ਗੁਰੂ ਦੀ ਹੈ। ਪਰਮਾਤਮਾ ਵੀ ਬਾਣੀ ਰਾਹੀਂ ਸਾਨੂੰ ਇੱਕੋ ਹੀ ਗੱਲ ਕਹਿੰਦਾ ਕਿ ਤੁਸੀਂ ਮੇਰਾ ਸਿਰਫ ਇੱਕੋ ਕੰਮ ਕਰਨਾ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਇੱਕ ਕੰਮ ਕਰੋ, ਮੈਂ ਤੁਹਾਡੇ ਸਾਰੇ ਕੰਮ ਕਰੂੰਗਾ। ਕਿ ਤੁਸੀਂ ਮੇਰੇ ਪੁੱਛੇ ਕੀ ਤੁਹਾਡਾ ਕਹਿੰਦਾ ਮੇਰਾ ਨਾਮ ਜਪਦੇ ਰਿਹਾ ਕਰੋ। ਮੇਰਾ ਨਾਮ ਜਪੀ ਜੋ ਉੜਦੇ ਬੈਠਦੇ ਤੁਰਦੇ ਫਿਰਦੇ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਲੈ ਬੰਦੇ ਨੇ ਗੱਲ ਹੀ ਨਹੀਂ ਮਨਜ਼ੂਰ ਹੈਗੀ। ਇਹ ਵਕਤ ਨੂੰ ਫੜਿਆ ਹੋਇਆ ਹੈ, ਫਿਰ ਵੀ ਇਹਦੇ ਕਾਰਜ ਰਾਸ ਨਹੀਂ ਆਉਂਦੇ। ਪਰਮਾਤਮਾ ਤੁਸੀਂ ਮੇਰਾ ਨਾਮ ਜਪੀ ਜਾਓ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਗੁਰਬਾਣੀ 'ਚ ਇਸ ਗੱਲ ਦੀ ਗਰੰਟੀ, ਜੋ ਗੁਰਬਾਣੀ 'ਚ ਗੱਲ ਹੈਗੀ ਉਹ ਗਰੰਟੀ ਹੈ। ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤ, ਹੁੰਦਾ ਕਿ ਨਹੀਂ? ਜਿਹੜੇ ਤੇਰੀ ਭਜਨ ਬੰਦਗੀ ਕਰਦੇ ਨੇ, ਹੇ ਪਰਮਾਤਮਾ ਤੂੰ ਉਹਨਾਂ ਦੇ ਕਾਰਜ ਸਵਾਰ ਦਿੰਦੇ, ਬਸ ਆਪੇ ਉਹੀ ਫਿਰ ਕਰਦੇ, ਉਹੀ ਕਰਦੇ। ਅਸੀਂ ਭਜਨ ਬੰਦਗੀ ਕਰਦੇ ਨਹੀਂ, ਕਦੇ ਕਿਸੇ ਦੇ ਅੱਗੇ ਤਰਲੇ ਅਫਸਰ ਦੇ ਕੱਢ, ਕਦੇ ਕਿਸੇ ਕਲਰਕ ਦੇ ਅੱਗੇ ਤਰਲੇ ਕੱਢ, ਕਦੇ ਕਿਹਦੇ ਅੱਗੇ ਤਰਲੇ ਕੱਢ, ਹੱਥ ਜੋੜਦੇ ਜੀ ਮੇਰਾ ਕੰਮ ਕਰ ਦਿਓ ਜੀ, ਮੇਰਾ ਇਹ ਕਰ ਦਿਓ ਜੀ, ਮੇਰਾ ਉਹ ਕਰ ਦਿਓ ਜੀ। ਤੁਸੀਂ ਕਹੋਗੇ ਉੱਥੇ ਪਰਮਾਤਮਾ ਆ ਕੇ ਕਰਦਾ ਕੰਮ। ਫਿਰ ਵੀ ਤੁਹਾਡਾ ਕਿਸੇ ਦਫ਼ਤਰ 'ਚ ਕੰਮ ਹੈ, ਕੀ ਉਹ ਪਰਮਾਤਮਾ ਆਵੇਗਾ ਤੁਹਾਡਾ ਕੰਮ ਕਰਨ? ਨਹੀਂ, ਪਰਮਾਤਮਾ ਉਸ ਬੰਦੇ ਦੇ ਵਿੱਚ ਬੈਠੇਗਾ। ਤੁਹਾਨੂੰ ਪਰਮਾਤਮਾ ਭੇਜੇਗਾ, ਚੱਲ ਬਈ ਪਹੁੰਚ ਉੱਥੇ। ਪਰਮਾਤਮਾ ਉਸ ਬੰਦੇ ਦੇ ਵਿੱਚ ਬੈਠ ਜਾਏਗਾ, ਉਹਦੇ ਵਿਚਾਰਾਂ ਨੂੰ ਬਦਲ ਦੇਗਾ, ਉਹਨੂੰ ਬਣਾ ਦੇਗਾ ਸਤੋਗੁਣੀ। ਤੁਸੀਂ ਕਹੇ ਆ ਭਾਈ ਕਿਵੇਂ ਆਏ? ਜੀ ਮੇਰਾ ਕੰਮ ਹੈ, ਬੈਠ, ਹੁਣੇ ਹੀ ਕਰ ਦੇਣਾ ਤੇਰਾ ਕੰਮ। ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ, ਤੁਹਾਡਾ ਕੰਮ ਕਰਤਾ, ਆ ਲਓ ਜੀ। ਫਿਰ ਕਿਹਨੇ ਕੀਤਾ? ਤੁਹਾਨੂੰ ਤਾਂ ਅਸੀਂ ਵੀ ਇਹ ਤਾਂ ਪੈਸੇ ਲਏ ਬਿਨਾਂ ਕੰਮ ਹੀ ਨਹੀਂ ਕਰਦਾ, ਇਸ ਨੇ ਤਾਂ ਸਿਫਾਰਿਸ਼ ਤੋਂ ਬਿਨਾਂ ਕੰਮ ਹੀ ਨਹੀਂ ਕਰਨਾ। ਉਹਨੇ ਨਾ ਕੋਈ ਸਿਫਾਰਿਸ਼ ਦੀ ਲੋੜ ਪਈ, ਨਾ ਪੈਸੇ ਦੀ ਲੋੜ ਪਈ। ਕਿਉਂ? ਤੁਸੀਂ ਭਜਨ ਬੰਦਗੀ ਕਰਦੇ ਸੀ, ਪਰਮਾਤਮਾ ਤੁਹਾਡਾ ਕਾਰਜ ਸਵਾਰਤਾ, ਕਾਰਜ ਸਵਾਰਤਾ। ਜੇ ਆਪਾਂ ਭਜਨ ਬੰਦਗੀ ਕਰੀਏ, ਸਾਨੂੰ ਐਡਵਾਂਸ ਪਤਾ ਲੱਗਣ ਲੱਗਦਾ ਵੀ ਕੀ ਹੋਊਗਾ। ਹਾਂ, ਐਡਵਾਂਸ ਪਤਾ ਲੱਗਣ ਲੱਗਦਾ। ਮੈਂ 11ਵੀਂ 'ਚ ਪੜ੍ਹਦਾ ਸੀ, ਹੁਣ ਤਾਂ ਮੈਂ ਟੀਚਰ ਲੱਗਾ ਸੀ, ਉਦੋਂ ਉਹਨੂੰ ਪ੍ਰੈਪ ਕਹਿੰਦੇ ਹੁੰਦੇ ਸੀ 11ਵੀਂ ਨੂੰ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਾ ਐਗਜ਼ਾਮ ਲੈਂਦੇ ਹੁੰਦੇ ਸਨ। ਹਿਸਟਰੀ ਦਾ ਪੇਪਰ ਹੈ। 2 ਵਜੇ ਮੈਨੂੰ ਸੁਪਨਾ ਆਇਆ, ਮੈਨੂੰ ਸਾਰਾ ਪੇਪਰ ਦਿਸ ਗਿਆ ਵੀ ਆਹ ਪੇਪਰ ਆ ਰਿਹਾ ਸਵੇਰੇ। ਮੈਂ ਉਸੇ ਵੇਲੇ ਉੱਠਿਆ, 11 ਪ੍ਰਸ਼ਨ ਮੈਨੂੰ ਦਿਸੇ। ਜਦੋਂ ਮੈਂ ਜਾਗਿਆ ਮੈਨੂੰ 7 ਯਾਦ ਰਹਿ ਗਏ। ਮੈਂ ਫਟਾਫਟ ਆਪਣੀ ਗਾਈਡ 'ਤੇ ਨਿਸ਼ਾਨੀਆਂ ਲਾ ਕੇ ਕਾਗਜ਼ ਮੋੜ 'ਤੇ, ਹਾਂਜੀ, ਆਪ ਨਹਾ ਧੋ ਕੇ ਚਾਹ ਪਾਣੀ ਪੀ ਕੇ ਮੈਂ 7 ਪ੍ਰਸ਼ਨਾਂ ਨੂੰ ਹੀ ਯਾਦ ਕਰ ਰਿਪੀਟ ਕਰਦਾ ਰਿਹਾ। ਜਦੋਂ ਇਮਤਿਹਾਨ 'ਚ ਜਾ ਕੇ ਬੈਠਾ, ਜਿਹੜਾ ਮੈਨੂੰ ਪੇਪਰ 11 ਦੇ 11 ਪ੍ਰਸ਼ਨ ਦਿਸੇ ਸਨ, ਉਹ 11 ਦੇ 11 ਸਨ। ਅਤੇ ਉਹ 'ਚ ਲਿਖਿਆ ਸੀ ਅਟੈਂਪਟ ਐਨੀ 5, ਕੋਈ 5 ਕਰੋ। ਅਤੇ ਉਹ ਮੈਂ 7 ਨੂੰ ਚੰਗੀ ਤਰ੍ਹਾਂ ਰੱਟਾ ਲਾ ਗਿਆ ਸੀ। ਉਹ ਪਹਿਲੇ ਸਫ਼ੇ 'ਤੇ ਹੀ ਸਨ, 4 ਦੂਜੇ ਸਫ਼ੇ 'ਤੇ ਸਨ। ਉਹਦੇ ਮੈਨੂੰ ਲੋੜ ਹੀ ਨਹੀਂ ਪਈ ਦੂਜੇ ਸਫ਼ੇ ਦੀ, ਤਾਂ ਪਹਿਲੇ 'ਚ ਮੇਰਾ ਸਰ ਗਿਆ, 5 ਹੀ ਕਰਨੇ, 7 ਮੈਂ ਰੱਟ ਕੇ ਗਿਆ ਸੀ। ਭਜਨ ਬੰਦਗੀ ਕਰੋ, ਤੁਹਾਨੂੰ ਕਈ ਐਡਵਾਂਸ ਚੀਜ਼ਾਂ ਦੱਸਣ ਲੱਗ ਜਾਂਦੀਆਂ।
10ਵੀਂ 'ਚ ਅਸੀਂ 2 ਦੋਸਤ ਵੀ ਸੀ ਅਤੇ ਬਰਾਬਰ ਦੀ ਸਾਡੀ ਕਦੇ ਉਹ ਸਾਡਾ 4 ਜਾਂ 5 ਨੰਬਰ ਦਾ ਟੋਟਲ ਫਰਕ ਹੁੰਦਾ। ਮੈਂ ਫਸਟ ਆ ਜਾਂਦੇ, ਉਹ ਸੈਕਿੰਡ ਆ ਜਾ ਕਰਦਾ ਸੀ। ਲਓ ਜੀ, ਪੇਪਰ ਹੋ ਗਏ। ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਮੈਨੂੰ ਸੁਪਨਾ ਆਇਆ ਬਈ ਮੈਂ ਉਸ ਤੋਂ 39 ਨੰਬਰ ਵੱਧ ਲੈ ਗਿਆ ਟੋਟਲ। ਮੈਂ ਬੜਾ ਹੈਰਾਨ ਆ ਵੀ 4-5 ਨੰਬਰਾਂ ਦਾ ਸਾਡਾ ਫਰਕ ਹੁੰਦਾ ਸੀ, 39 ਦਾ ਕਿਵੇਂ ਆ ਗਿਆ। ਮੈਂ ਉਹਨੂੰ ਸਵੇਰੇ ਮਿਲਿਆ, ਮੈਂ ਯਾਰ ਤੇਰਾ ਮੇਰਾ 39 ਨੰਬਰਾਂ ਦਾ ਫਰਕ ਹੈ। ਕਹਿੰਦਾ ਰਿਜ਼ਲਟ ਤਾਂ ਜੀ ਆਇਆ ਨਹੀਂ, ਬਸ ਮੈਂ ਹੈ ਕੱਲ੍ਹ ਨੂੰ ਆ ਜਾਣਾ। ਮੈਨੂੰ ਸੁਪਨਾ ਆਇਆ ਰਾਤੀ, ਸਵੇਰੇ ਵਾਕਈ ਮੇਰੇ ਉਸ ਤੋਂ 39 ਨੰਬਰ ਵੱਧ। ਭਜਨ ਬੰਦਗੀ ਕਰਦੇ ਜੋ 8ਵੀਂ ਨੂੰ ਅੰਗਰੇਜ਼ੀ ਪੜ੍ਹਾਉਂਦਾ ਸੀ, ਮੈਨੂੰ ਰਾਤੀ ਅੰਗਰੇਜ਼ੀ ਦਾ ਪੇਪਰ ਹੀ ਸਾਰਾ ਦਿਸ ਗਿਆ। ਉਹ ਜਿੰਨਾ ਕੁ ਮੈਨੂੰ ਜਾ ਕੇ ਯਾਦ ਆਇਆ ਮੈਂ ਫਟਾਫਟ ਨੂੰ ਲਿਖ ਲਿਆ। ਮੈਂ ਸਕੂਲੇ 1 ਘੰਟਾ ਪਹਿਲਾਂ ਚਲਿਆ ਗਿਆ। ਮੈਂ ਜੇ ਬੱਚੇ ਨੂੰ ਮੈਂ ਕਿਹਾ ਮੈਨੂੰ ਸੁਪਨੇ 'ਚ ਪੇਪਰ ਦਿਸਿਆ ਨਾ, ਮੰਨਣਾ ਨਹੀਂ। ਮੈਂ ਕਿਹਾ ਓਏ ਪੇਪਰ ਆਊਟ ਹੋ ਗਿਆ, ਆ ਜਾਓ ਫਟਾਫਟ। ਬਸ ਇਹ ਸੁਣਨ ਦੀ ਦੇਰ ਸੀ, ਫਟਾਫਟ ਕਮਰੇ 'ਚ ਆ ਕੇ ਘੰਟਾ ਇੱਕ ਰਹਿੰਦਾ ਸੀ ਮੇਰੇ ਕੋਲ। ਉਹ ਜੋ ਕੁਛ ਮੈਨੂੰ ਯਾਦ ਸੀ ਵੀ ਆਹ ਮੈਨੂੰ ਦੱਸਿਆ, ਮੈਂ ਸਾਰਾ ਕੁਝ ਦੁਹਰਾਤਾ ਬਲੈਕ ਬੋਰਡ 'ਤੇ। ਮੈਂ ਆਹੀ ਪੇਪਰ ਆਊਗਾ। ਅਤੇ ਜਦੋਂ ਪੇਪਰ ਵੰਡੇ ਗਏ, ਮੈਂ PN ਦੀ ਡਿਊਟੀ ਲਾਈ ਵੀ ਤੂੰ ਫਲਾਣੇ ਮੁੰਡੇ ਨੂੰ ਪੁੱਛ ਕੇ ਆਈ ਵੀ ਜੋ ਸਰ ਨੇ ਪੇਪਰ ਸਵੇਰੇ ਕਰਿਆ ਉਹੀ ਆਇਆ। ਉਹ ਆ ਕੇ ਮੈਨੂੰ ਕਹਿੰਦਾ ਹਾਂ ਜੀ ਉਹੀ ਆਇਆ, ਉਹੀ ਆਇਆ, ਹੋ ਬੂ ਉਹੀ ਹੈ। ਬੱਚੇ ਕਹਿੰਦੇ ਹਾਂ ਜੀ। ਮੈਂ ਕਾਕਾ ਕੋਈ ਲੀਕ ਨਹੀਂ ਹੋਇਆ, ਮੈਨੂੰ ਬਸ ਉਂਝ ਸੁਪਨੇ ਪੇਪਰ ਦੇ ਸੀਗੇ। ਮੈਂ ਮੇਰੇ ਲਈ ਹੋਰ ਨਾ ਸਿਆਪਾ ਖੜਾ ਕਰ ਦੇਣ ਵੀ ਤੈਨੂੰ ਕਿੱਥੋਂ ਲੀਕ ਹੋਇਆ, ਲਿਆ ਆ ਤੂੰ ਕਿੰਨੇ ਲੀਕ ਕੀਤਾ। ਮੈਂ ਹੋਰ ਮੇਰੇ ਲਈ ਸਿਆਪਾ ਖੜਾ ਹੋ ਜਾਏਗਾ। ਮੈਂ ਨਹੀਂ ਕਾਕਾ ਮੈਨੂੰ ਸੁਪਨੇ 'ਚ ਪੇਪਰ ਦਿਸਿਆ ਸੀ। ਭਜਨ ਬੰਦਗੀ ਕਰਦੇ ਰਹੋ, ਮੇਰਾ ਦੁਹਰਾ ਕਹਿਣ ਤੋਂ ਭਾਵ ਹੈ ਵੀ ਨਹੀਂ ਤਾਂ ਫਿਰ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਸਾਨੂੰ ਫਸਾ ਲੈਣਾ ਹੈ, ਅਸੀਂ ਰੁੜ ਰੜ ਜਾਣਾ। ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਸ਼ੁਭ ਕਰਮ ਕਰੋ, ਪਰਮਾਤਮਾ ਦਾ ਨਾਮ ਜਪੋ। ਐਵੇਂ ਸਮਾਂ ਵਿਅਰਥ ਨਹੀਂ ਗਾਉਣਾ, ਇਹ ਬੜਾ ਕੀਮਤੀ ਸਮਾਂ ਹੁੰਦਾ ਹੈ। ਅਤੇ ਸਮਾਂ ਜਿਹੜਾ ਉਹਦਾ ਸਦ ਉਪਯੋਗ ਕਰਨਾ ਹੁੰਦਾ ਹਮੇਸ਼ਾ। ਕਦੇ ਕਿਸੇ ਚੀਜ਼ ਦਾ ਦੁਰਉਪਯੋਗ ਨਹੀਂ ਕਰੀਦਾ। ਜੋ ਵੀ ਚੀਜ਼ ਤੁਹਾਡੇ ਕੋਲ ਹੈ ਉਹਦੀ ਸਹੀ ਵਰਤੋਂ ਕਰੋ, ਫਿਰ ਜ਼ਿੰਦਗੀ ਆਪੇ ਸੁਖੀ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।